जिस हिसाब नाल आए ने आउण तो पहलां ही ਸਿੰਘਾਂ ने पिछे ही बहुत ਸਾਂਭ ਲਏ सन ਤੇ ਦਰਬਾਰ ਸਾਹਿਬ ਦੇ ਨੇੜੇ ਅੰਦਰ ਆ ਕੇ ਤੇ ਪ੍ਰਕਰਮੇ 'ਚ ਫਿਰਦੇ ਢੇਰ ਹੀ ਲੱਗ ਗਏ ਨੇ ਨਾ। ਅਸੀਂ ਵੇਖਿਆ ਜਦੋਂ ਗੋਲੀ ਚੱਲੀ ਆ ਨਾ, ਇੱਕ ਬੱਚਾ ਬੀਬੀ ਦੇ ਪੇਟ ਵਿੱਚੋਂ ਡਿੱਗਦਾ ਵੀ ਨਜ਼ਰ ਆਇਆ। ਅਣਜੰਮਿਆ ਬੱਚਾ ਨਾ, ਉਹ ਵੀ ਪੇਟ ਵਿੱਚੋਂ ਡਿੱਗਦਾ ਨਜ਼ਰ ਆਇਆ। ਬੇਸਮੈਂਟ ਵਿੱਚੋਂ ਚਿੱਟਾ ਕੱਪੜਾ ਬਾਹਰ ਕੱਢਿਆ ਕਿਸੇ ਨੇ ਤੇ ਉਦੋਂ ਇਹਨਾਂ ਨੇ ਆਵਾਜ਼ ਦਿੱਤੀ ਸਪੀਕਰ ਵਿੱਚ ਵੀ ਤੁਸੀਂ ਸਾਰੇ ਹੈਂਡਜ਼ ਅਪ ਕਰਕੇ ਬਾਹਰ ਆ ਜਾਓ, ਤੁਹਾਨੂੰ ਕੁਝ ਨਹੀਂ ਕਿਹਾ ਜਾਊਗਾ। ਤੇ ਉਹ ਜਿੰਨੇ ਵੀ ਸੀ ਬਾਹਰ ਆ ਗਏ, ਉਹਨਾਂ ਨੇ ਲਾਈਨਾਂ ਲਾਤੀਆਂ। ਇੱਕ ਬਿਸਲ ਵੱਜੀ ਆ, ਉਹਨੇ ਨਾਲ ਹੀ ਗਰਨੇਡ ਤੇ ਗੋਲੀਆਂ ਦੀ ਇੰਨੀ ਵਾਛੜ ਹੋ ਗਈ, ਜਿਹੜੇ ਬੰਦੇ ਸੀ ਐਂ ਲੱਗੇ ਵੀ ਜਿਵੇਂ ਵੱਢ ਕੇ ਨਾ ਕੋਈ ਢੇਰ ਲਾਇਆ ਹੁੰਦਾ, ਇੰਝ ਚੀਥੜੇ ਉੱਥੇ ਬੰਦਿਆਂ ਦੇ ਵੱਢ ਕੇ ਉੱਥੇ ਢੇਰ ਲੱਗ ਗਿਆ। ਇੱਕ ਬੱਚਾ ਆ, ਮਾਂ ਉਹਦੀ ਮਰੀ ਪਈ ਆ। ਇੱਕ ਬੱਚਾ ਆ, ਕਦੇ ਇੱਧਰ ਮਾਂ ਦੇ ਅਖੀਰ ਨੂੰ ਦੁੱਧ ਵਾਲੇ ਪਾਸੇ ਜਾਂਦਾ, ਜ਼ਿਆਦਾ ਦੁੱਧ ਵਾਲੇ ਪਾਸੇ ਜਾ ਰਿਹਾ ਤੇ ਇੱਕ ਆਇਆ ਫੌਜੀ, ਉਹਨੇ ਬੱਚੇ ਨੂੰ ਫੜ ਕੇ ਨਾ ਐਂ ਚੱਕਿਆ, ਤਾਂ ਜਿਵੇਂ ਫੋਟੋ ਨਹੀਂ ਆਪਾਂ ਦੇਖਦੇ ਹੁੰਦੇ ਪੁਰਾਣੇ ਜ਼ਮਾਨੇ ਦੀਆਂ, ਤੇ ਐਂ ਫੜਿਆ ਤੇ ਦੂਜੇ ਨੇ ਬਰਸਟ ਮਾਰਿਆ, ਉਹਦੇ ਲੱਤਾਂ ਹੀ ਉਹਦੇ ਹੱਥ ਰਹਿ ਗਈਆਂ, ਬਾਕੀ ਥੱਲੇ ਵਾਲਾ ਉਡਾ ਹੀ ਦਿੱਤਾ। ਜਰਨੈਲ ਸਿੰਘ ਭਿੰਡਰਾਂ ਨਾਲ ਜਦੋਂ ਮੁਲਾਕਾਤ ਹੁੰਦੀ ਸੀ ਜਾਂ ਗੱਲਬਾਤ ਹੁੰਦੀ ਸੀ, ਕਿਹੜੀ ਚੀਜ਼ ਤੇ ਚਰਚਾ ਕਰਦੇ ਹੁੰਦੇ ਸੀਗੇ ਜਾਂ ਵਿਜ਼ਨ ਕੀ ਸੀ ਉਹਨਾਂ ਦਾ? ਮੇਨਲੀ ਸੰਤਾਂ ਦਾ ਇੱਕੋ ਇੱਕ ਸੀ। ਵੇਖੋ, ਨਾ ਉਹ ਹਿੰਦੂਆਂ ਦੇ ਵਿਰੁੱਧ ਸਨ, ਨਾ ਉਹ ਮੁਸਲਮਾਨਾਂ ਦੇ ਵਿਰੁੱਧ ਸਨ, ਉਹ ਤਾਂ ਜ਼ੁਲਮ ਦੇ ਵਿਰੁੱਧ ਸਨ। ਜੋ ਉੱਥੇ ਸਿਚੁਏਸ਼ਨ ਸੀ ਹੈ ਨਾ, ਵੀ ਸੰਤਾਂ ਦਾ ਨਿਕਲਣਾ ਮੁਸ਼ਕਿਲ ਸੀ। ਜੇ ਸੰਤ ਨਿਕਲ ਜਾਂਦੇ ਹੈ ਨਾ, ਫਿਰ ਵੇਖੋ ਲੌਂਗੋਵਾਲ ਦਾ ਤੇ ਸੰਤ ਜਰਨੈਲ ਸਿੰਘ ਦਾ ਕੋਈ ਫਰਕ ਨਹੀਂ ਸੀ ਰਹਿਣਾ ਹੈ ਨਾ। ਵੀ ਸੰਤ ਨਿਕਲੇ ਨਹੀਂ, ਉਹ ਤਾਂ ਪਹਿਲਾਂ ਕਹਿ ਕੇ ਵੀ ਅਸੀਂ ਸ਼ਹੀਦੀ ਪਾਵਾਂਗੇ। ਦੋ ਬੱਚੇ ਅਸੀਂ ਵੇਖੇ ਤੇ ਉਹ ਰੋ ਰਹੇ ਸੀ, ਮੰਮੀ ਡੈਡੀ ਕਰ ਰਹੇ ਸੀ। ਉਹਨਾਂ ਨੂੰ ਮਿਲਟਰੀ ਵਾਲੇ ਕਹਿੰਦੇ, ਜਿੱਥੇ ਪੌੜੀਆਂ ਨੇ ਨਾ, ਉੱਧਰੋਂ ਕਹਿੰਦੇ ਤੁਹਾਡੇ ਮੰਮੀ ਡੈਡੀ ਆ ਉਹ ਪਰਲੇ ਪਾਸੇ, ਜਿਹੜੇ ਪਾਸੇ ਨਾ ਸਰਾਂਤ ਅੰਦਰ ਵੜੀ ਦਾ, ਗੁਰੂ ਰਾਮਦਾਸ ਸਰਾਂ ਵਾਲੇ ਪਾਸੇ, ਉਸ ਪਾਸੇ ਹੈ। ਜਦੋਂ ਬੱਚੇ ਉਸ ਪਾਸੇ ਨੂੰ ਥੋੜ੍ਹੇ ਜਿਹੇ ਮੁੜੇ ਹੀ ਨੇ ਨਾ, ਤੇ ਮਾਰ ਕੇ ਬਰੈਸਟ ਦੋਵੇਂ ਬੱਚੇ। ਜਿਹੜਾ ਖੂਨ ਐਡਾ ਵੱਡਾ ਪਵਿੱਤਰ 24 ਘੰਟੇ ਬਾਣੀ ਪੜ੍ਹਨ ਵਾਲਿਆਂ ਦਾ, ਸਿਮਰਨ ਕਰਨ ਵਾਲਿਆਂ ਦਾ ਜਿਹੜਾ ਡੁੱਲਾ ਹੈ ਨਾ, ਇਹ ਅਜਾਈਂਦਾ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਵਿਕਰਮ ਸਿੰਘ। ਜੂਨ 1984 ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਜੂਨ 1984 ਦੇ ਜੋ ਚਸ਼ਮਦੀਦ ਨੇ, ਉਹਨਾਂ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਔਰ ਲਗਾਤਾਰ ਉਹ ਚੀਜ਼ਾਂ, ਜੋ ਵੀ ਘਟਨਾਵਾਂ ਉੱਥੇ ਵਾਪਰੀਆਂ, ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ। ਅੱਜ ਸਾਡੇ ਨਾਲ ਮੌਜੂਦ ਨੇ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ। ਗੱਲਬਾਤ ਕਰਦੇ ਹਾਂ, ਉਹਦੀ ਗੁਰੂ ਫਤਿਹ ਦੀ ਸਾਂਝ ਪਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਸ ਤਰ੍ਹਾਂ ਦੇਖਦੇ ਹੋ ਜੂਨ 1984 ਦੀ ਜਦੋਂ ਗੱਲ ਆਉਂਦੀ ਹੈ ਤਾਂ 84 ਯਾਦ ਆ ਜਾਂਦੀ, ਜਦੋਂ ਜੂਨ ਆਉਂਦਾ ਹਰ ਸਾਲ? ਤਾਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਵੀ ਕਰੀਬੀ ਰਹੇ ਹੋ ਤੁਸੀਂ, ਲੰਬਾ ਸਮਾਂ ਉਹਨਾਂ ਦੇ ਨਾਲ ਬਤੀਤ ਕੀਤਾ। ਮੋਰਚੇਬੰਦੀ ਕਿੱਦਾਂ ਹੋਈ ਔਰ 1 ਤੋਂ ਲੈ ਕੇ 6 ਨੂੰ ਕੀ ਕੁਛ ਹੋਇਆ, ਉਹਨਾਂ ਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ। 1 ਤਰੀਕ ਤੋਂ ਕਿੱਦਾਂ ਘਟਨਾ ਪੂਰੀ ਸ਼ੁਰੂ ਹੋਈ, ਉਸ ਦੇ ਬਾਰੇ ਜ਼ਰੂਰ ਤਫਸੀਲ ਕਰਿਓ। ਅਸਲ ਵਿੱਚ ਇਹ 1 ਤੋਂ ਨਹੀਂ ਸ਼ੁਰੂ ਹੋਈ ਜੀ। ਇਹ ਜਿਹੜਾ 19 ਜੁਲਾਈ 1982 ਤੋਂ ਮੋਰਚਾ ਸ਼ੁਰੂ ਹੋ ਗਿਆ ਸੀ ਜੀ। ਕਿਉਂਕਿ ਜਿਹੜੀ ਦਿੱਲੀ ਸਰਕਾਰ ਹੈ ਨਾ, ਉਹ ਕਦੇ ਵੀ ਸਿੱਖਾਂ ਨੂੰ ਉੱਚਾ ਉੱਠਿਆ ਨਹੀਂ ਵੇਖਣਾ ਚਾਹੁੰਦੇ। ਸਿੱਖਾਂ ਨੂੰ ਘਸਿਆਰਾ ਬਣਾ ਕੇ ਆਪਣੇ ਕੋਲ ਰੱਖਣਾ ਚਾਹੁੰਦੇ ਨੇ। ਇਸ ਕਰਕੇ ਕੁਝ ਉਸ ਸਮੇਂ ਦੀ ਜਿਹੜੀ ਕਾਂਗਰਸ ਸਰਕਾਰ ਸੀ, ਉਹਨਾਂ ਵੱਲੋਂ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਵੱਲੋਂ ਸਿੱਖੀ ਦਾ ਪ੍ਰਚਾਰ ਇੰਨੀ ਜ਼ੋਰ ਨਾਲ ਵਿੱਢ ਦਿੱਤਾ ਸੀ
ਵੀ ਇੱਕ ਮਹੀਨੇ 'ਚ 45,000 ਬੰਦਾ ਅੰਮ੍ਰਿਤ ਛਕਣ ਲੱਗ ਪਿਆ ਸੀ। ਇਹ ਜਿਹੜਾ ਸੀ ਦਿੱਲੀ ਨੂੰ ਨਹੀਂ ਸੀ ਚੰਗਾ ਲੱਗਦਾ। ਇਹਨੂੰ ਰੋਕਣ ਵਾਸਤੇ ਉਹਨਾਂ ਨੇ ਪਹਿਲਾਂ ਜਥੇ ਦੇ ਸਿੰਘ ਫੜੇ, ਫਿਰ ਜੀਪ ਫੜੀ ਜਥੇ ਦੀ, ਸੰਤਾਂ ਦੀ, ਪਿੰਡਰਾਲਿਆਂ ਦੀ, ਬਾਬੇ ਬਕਾਲੇ। ਉਸ ਤੋਂ ਇਲਾਵਾ ਫਿਰ ਬਾਬਾ ਠਾਰਾ ਸਿੰਘ, ਬਾਬਾ ਅਮਰੀਕ ਸਿੰਘ, ਉਹ ਸਿੰਘਾਂ ਨੂੰ ਛਡਾਉਣਗੇ, ਉਹਨਾਂ ਨੂੰ ਫੜ ਲਿਆ। ਉਹਨਾਂ ਨੂੰ ਫੜਨ 'ਤੇ ਫਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਆ ਕੇ ਅਕਾਲ ਤਖਤ ਸਾਹਿਬ 'ਤੇ ਫਿਰ ਇਸ ਮੋਰਚੇ ਦੀ ਆਰੰਭਤਾ ਕਰਤੀ। 21 ਸਿੰਘਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ। ਗ੍ਰਿਫਤਾਰੀਆਂ ਕਰਦਿਆਂ ਚਲਦਿਆਂ ਕੁਝ ਸਮਾਂ ਚੱਲਿਆ ਅਤੇ ਫਿਰ ਸੰਤਾਂ ਨੇ ਇੱਕ ਬੜੀ ਵੱਡੀ ਕਾਨਫਰੰਸ ਸੱਦੀ, ਸੰਗਤਾਂ ਨੂੰ ਆਵਾਜ਼ ਦਿੱਤੀ। ਰੋਕਣ ਦੇ ਬਾਵਜੂਦ ਵੀ ਬਹੁਤ ਦੁਨੀਆ ਜਿਹੜੀ ਨਾ, ਲੋਕਾਂ ਦੇ ਟਰੱਕਾਂ ਦੇ ਟਾਇਰ ਪਾੜ ਦਿੱਤੇ, ਪੈਂਚਰ ਕਰਤੇ, ਲੋਕੀ ਪੈਦਲ ਖੇਤਾਂ ਵਿੱਚ ਦੀ, ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਬਹੁਤ ਵੱਡਾ ਇਕੱਠ ਹੋ ਗਿਆ। ਉੱਧਰੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਪੂਰੀ ਦਾ ਮੋਰਚਾ ਲੱਗਿਆ ਸੀ। ਉਹ ਮੋਰਚੇ ਵਾਸਤੇ ਇਹਨਾਂ ਨੇ ਆਪਣਾ ਆਰੰਭਿਆ ਹੋਇਆ ਸੀ। ਉਸੇ ਦਿਨ ਹੀ ਇਹਨਾਂ ਨੇ ਅਨੰਦਪੁਰ ਸਾਹਿਬ ਮੀਟਿੰਗ ਰੱਖ ਲਈ। ਬਾਕੀ ਸਾਰੇ ਉੱਥੇ ਸੀ ਅਤੇ ਸਰਦਾਰ ਗੁਰਚਰਨ ਸਿੰਘ ਟੌੜਾ ਜੀ ਉਹ ਅੰਮ੍ਰਿਤਸਰ ਸਾਹਿਬ ਸਨ। ਉਹਨਾਂ ਨੇ ਸਾਰਾ ਵੇਖਿਆ ਵੀ ਸੰਗਤਾਂ ਦਾ ਐਡਾ ਵੱਡਾ ਇਕੱਠ। ਉਸ ਦਿਨ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਇਹ ਐਲਾਨ ਕਰ ਦਿੱਤਾ ਕਿ ਇਹ ਜਿਹੜਾ ਮੋਰਚਾ ਅਸੀਂ ਰਲ ਕੇ ਧਰਮ ਯੁੱਧ ਮੋਰਚਾ ਲਾਵਾਂਗੇ। ਫਿਰ ਇਹ ਸਭ ਤੋਂ ਪਹਿਲਾਂ 4 ਅਗਸਤ 1983 ਨੂੰ ਪਹਿਲਾ ਮੋਰਚਾ ਪਹਿਲਾ ਜਥਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 4 ਅਗਸਤ 1983 ਨੂੰ ਪਹਿਲਾ ਜਥਾ ਲੈ ਕੇ ਗਏ ਨੇ। ਅਤੇ ਉਸ ਤੋਂ ਬਾਅਦ ਵਿੱਚ ਇੰਨੀਆਂ ਗ੍ਰਿਫਤਾਰੀਆਂ ਹੋਈਆਂ ਕਿ ਇਹਨਾਂ ਕੋਲੋਂ ਜੇਲ੍ਹਾਂ ਨਹੀਂ ਹੋ ਸਕੀਆਂ। ਜੇਲ੍ਹਾਂ ਛੱਡੋ, ਇਹਨਾਂ ਨੇ ਕਿਲੇ ਸਕੂਲ ਵੀ ਭਰਤੇ। ਫਿਰ ਬਦੋ-ਬਦੀ ਜੇਲ੍ਹਾਂ ਵਿੱਚੋਂ ਸਿੰਘਾਂ ਨੂੰ ਕੱਢਣ ਲੱਗ ਪਏ। ਉਹ ਕੱਢਿਆ। ਫਿਰ ਕਈ ਵਾਰ ਜਿਵੇਂ ਰਸਤਾ ਰੋਕੋ, ਰੇਲ ਰੋਕੋ ਅੰਦੋਲਨ ਚੱਲੇ। ਕਾਫੀ ਇਹਨਾਂ ਦੇ ਨਾਲ ਵੀ ਇਹਨਾਂ ਨੇ ਸਰਕਾਰ ਨੇ ਸਿੰਘਾਂ ਨੂੰ ਸ਼ਹੀਦ ਵੀ ਕੀਤਾ, ਤਸ਼ੱਦਦ ਵੀ ਬੜੇ ਕੀਤੇ। ਫਿਰ ਆਓ, ਕਿਉਂਕਿ ਜ਼ਿਆਦਾ ਲੰਬਾ ਨਾ ਕਰੀਏ, 1 ਜੂਨ 1984 ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੀ CRP ਅਤੇ ਜਾਂ ਹੋਰ ਫੋਰਸਾਂ ਨੇ ਗੋਲੀ ਚਲਾਈ ਹੈ, ਜਿਹਦੇ ਵਿੱਚ ਕੁਝ ਸਿੰਘ ਸਿੰਘਣੀਆਂ ਪ੍ਰਕਰਮਾਂ ਵਿੱਚ ਵੀ, ਹੋਰ ਪਾਸੇ ਵੀ। ਅਤੇ ਇੱਕ ਜਿਹੜਾ ਸਿੰਘ ਜਿਹਨੂੰ ਮਹਿੰਗਾ ਸਿੰਘ ਕਹਿੰਦੇ, ਅਸਲ ਨਾਂ ਉਹਦਾ ਕੁਲਵੰਤ ਸਿੰਘ ਸੀ, ਅਤੇ ਉਹ ਬਾਬਾ ਅਟਲ ਰਾਏ ਜੀ, ਅਤੇ ਉਹ ਵੀ 1 ਤਰੀਕ ਨੂੰ ਸ਼ਹੀਦ ਹੋਏ। ਅਤੇ 1 ਤਰੀਕ ਤੋਂ ਫਿਰ ਇਹ ਬਾਕੀ ਗੋਲੀ ਘੱਟ ਚੱਲੀ ਆ। ਫਿਰ 2 ਅਤੇ 3 ਦਾ ਵਿੱਚ ਗੈਪ ਪਾਇਆ ਕਿ ਫਿਰ 4 ਤਰੀਕ ਨੂੰ ਮਿਲਟਰੀ ਨੇ ਸਵੇਰੇ ਅੰਮ੍ਰਿਤ ਵੇਲੇ ਲਗਭਗ 4:45 ਵਜੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ 'ਤੇ ਅਟੈਕ ਕੀਤਾ। ਉਸ ਸਮੇਂ ਅਕਾਲ ਚਲਾਏ ਗਏ, ਹਾਂਜੀ ਗੋਲੇ ਚਲਾਏ ਗਏ। ਉਸ ਸਮੇਂ ਅਕਾਲ ਤਖਤ ਸਾਹਿਬ 'ਤੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ ਸੀ, ਜਿਹਦੇ ਵਿੱਚ ਭਾਈ ਗੁਰਸ਼ਰਨ ਸਿੰਘ ਇਸ ਟਾਈਮ ਇੰਗਲੈਂਡ ਨੇ, ਉਹ ਹੈਡ ਰਾਗੀ ਸਨ। ਬਾਬਾ ਠਾਕਰ ਸਿੰਘ ਜਿਹੜੇ ਕਥਾ ਕਰਦੇ ਨੇ ਪਟਿਆਲੇ ਵਾਲੇ, ਇਹ ਸਹਾਇਕ ਰਾਗੀ ਸਨ। ਅਤੇ ਬਾਬਾ ਮੁਖਤਿਆਰ ਸਿੰਘ ਜਿਹੜੇ USA ਰਹਿੰਦੇ ਨੇ, ਉਹ ਤਬਲੇ ਦੀ ਸੇਵਾ ਕਰਦੇ ਸਨ। ਉਸ ਸਮੇਂ ਜਦੋਂ ਇਹਨਾਂ ਨੇ ਸ਼ੁਰੂ ਕੀਤੀ ਆਸਾ ਦੀ ਵਾਰ, ਅਤੇ ਪਹਿਲਾ ਗੋਲਾ ਲਗਭਗ 4:45 ਵਜੇ ਅਕਾਲ ਤਖਤ ਸਾਹਿਬ 'ਤੇ ਇਹਨਾਂ ਨੇ ਸੁੱਟਿਆ, ਦਰਬਾਰ ਸਾਹਿਬ 'ਤੇ ਸੁੱਟਿਆ। ਅਤੇ ਉਸ ਤੋਂ ਬਾਅਦ ਵਿੱਚ ਫਿਰ ਲਗਾਤਾਰ ਜਿਹੜੀ ਲੜਾਈ ਜਾਰੀ ਰਹੀ ਹੈ। ਔਰ ਮੋਰਚੇਬੰਦੀ ਕਿੱਦਾਂ ਕੀਤੀ ਗਈ ਸੀ? ਤਿਆਰੀ ਕਿਸ ਨੇ ਕਰਵਾਈ? ਕਿਉਂਕਿ ਸਿੰਘਾਂ ਵੱਲੋਂ ਵੀ ਲਗਾਤਾਰ ਜਵਾਬ ਦਿੱਤਾ ਜਾ ਰਿਹਾ ਸੀ ਹਰ ਇੱਕ ਚੀਜ਼ ਦਾ। ਇਹਦੇ ਵਿੱਚ ਜਿੱਦਾਂ ਕਿ ਜਨਰਲ ਸੁਬੇਗ ਸਿੰਘ ਜੀ, ਇੱਕ ਬਹੁਤ ਹੀ ਸਤਿਕਾਰਯੋਗ ਬੜੀ ਮਹਾਨ ਸ਼ਖਸੀਅਤ ਬਾਬਾ ਸ਼ੇਰ ਸਿੰਘ ਜੀ, ਬਹੁਤ ਨਿਸ਼ਕਾਮ। ਅਤੇ ਜਿੰਨੇ ਵੀ ਉਹਨਾਂ ਵਿਆਹ ਨਹੀਂ ਸੀ ਕਰਵਾਇਆ, ਫੌਜ ਵਿੱਚ ਸਨ। ਉਹ ਵੀ ਰਿਟਾਇਰਮੈਂਟ ਲੈ ਕੇ ਆ ਕੇ ਅਤੇ ਫਿਰ ਉਹ ਵੀ ਸਾਡੇ ਸੰਤਾਂ ਦੇ ਕੋਲ ਹੀ ਰਹੇ। ਅਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ। ਉਹਨਾਂ ਨੂੰ ਪਤਾ ਸੀ ਵੀ ਇਹ ਕੁਝ ਹੋਏਗਾ, ਵੀ ਦਰਬਾਰ ਸਾਹਿਬ 'ਤੇ ਅਟੈਕ ਕਰਨਗੇ, ਅਤੇ ਸਾਰੀ ਤਿਆਰੀ ਉਹਨਾਂ ਨੇ ਕਰਵਾਈ। ਤੁਸੀਂ ਵੀ ਮੋਰਚੇਬੰਦੀ ਦੇ ਵਿੱਚ ਸੀਗੇ, ਔਰ 4 ਜਵਾਨਾਂ ਦਾ ਜਿੱਦਾਂ ਜ਼ਿਕਰ ਕਰ ਰਹੇ ਸੀਗੇ ਕਿ 4 ਸਿੰਘਾਂ ਦੀ ਡਿਊਟੀ ਲਾਈ ਸੀਗੀ ਮੋਰਚੇ ਦੇ ਵਿੱਚ।
ਹਾਂ ਜਿੱਥੇ ਡਿਊਟੀਆਂ ਲੱਗੀਆਂ ਕਰਦੇ ਸੀ ਸਾਰੇ। ਹਾਂਜੀ। ਕੀ ਜ਼ਿੰਮੇਵਾਰੀ ਸੌਂਪੀ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਤੁਹਾਨੂੰ? ਉਹ ਤਾਂ ਇਦਾਂ ਸੀ ਵੀ ਸਿੰਘਾਂ ਦੀ ਡਿਊਟੀ ਸੀ, ਨਾਲ ਸਾਰੇ ਸਿੰਘ ਜਿਹੜੇ ਸੀ ਆਪਣੇ ਲੜਦੇ ਸੀ, ਜਿਵੇਂ ਜਿਵੇਂ ਜਿੱਥੇ ਜਿੱਥੇ ਕਿਸੇ ਦੀ ਡਿਊਟੀ ਲੱਗ ਗਈ ਉੱਥੇ ਆਪਣੀ ਆਪਣੀ ਉਹ ਡਿਊਟੀ ਨਿਭਾ ਰਹੇ ਸਨ। ਹਾਂ ਠੀਕ ਹੈ। ਔਰ ਸੰਤਾਂ ਦੇ ਨਾਲ ਕੀ ਗੱਲਬਾਤ ਹੋਈ? ਆਖਰੀ ਵਾਰ ਕਦੋਂ ਮਿਲੇ, ਕਦੋਂ ਮੁਲਾਕਾਤ ਹੋਈ ਸੀ ਉਹਨਾਂ ਦੇ ਨਾਲ? ਸੰਤਾਂ ਦੇ ਨਾਲ ਸਾਡੀ 3 ਤਰੀਕ ਨੂੰ ਗੱਲ ਹੋਈ ਹੈ ਜੀ, ਅਖੀਰ ਅਕਾਲ ਤਖਤ ਸਾਹਿਬ ਤੇ। ਉਦੋਂ ਜਿਹੜੇ ਕਾਰ ਸੇਵਾ ਵਾਲੇ ਹਜੂਰ ਸਾਹਿਬ ਤੋਂ ਲਗਭਗ 40 ਕੁ ਸਿੰਘ ਆਏ ਸੀ, ਉਹਨਾਂ ਦੇ ਜਥੇਦਾਰ ਸੀ ਬਾਬਾ ਗੁਰਮੇਲ ਸਿੰਘ ਫੌਜੀ ਜੀ। ਉਹਨਾਂ ਦੇ ਨਾਲ ਅਸੀਂ ਕੁਝ ਤੋਂ ਸਮਾਨ ਲੈਣ ਵਾਸਤੇ ਅਕਾਲ ਤਖਤ ਸਾਹਿਬ ਤੋਂ ਸੰਤਾਂ ਕੋਲ ਗਏ ਸਾਂ। ਉੱਧਰੋਂ ਉਸ ਸਮੇਂ ਸੰਤਾਂ ਦੇ ਨਾਲ ਸੰਤਾਂ ਦੇ ਬਚਨ ਹੋਏ ਸੀ ਵੀ ਸਿੰਘਾਂ ਨੂੰ ਹੌਸਲੇ ਦਿਓ, ਵੀ ਠੀਕ ਆ, ਇਹਨਾਂ ਨੇ ਜਿਹੜੇ ਇਹਦੇ ਇਰਾਦੇ ਠੀਕ ਨਹੀਂ ਸਰਕਾਰ ਦੇ ਲੱਗ ਰਹੇ। ਹਾਂ ਤੇ 3 ਤਰੀਕ ਨੂੰ ਤੁਹਾਡੀ ਆਖਰੀ ਮੁਲਾਕਾਤ? 3 ਤਰੀਕ ਨੂੰ ਆਖਰੀ। 3 ਤਰੀਕ ਨੂੰ। ਔਰ ਉਸ ਤੋਂ ਪਹਿਲਾਂ ਲਗਾਤਾਰ ਮੁਲਾਕਾਤਾਂ ਹੋ ਹੀ ਰਹੀਆਂ? ਉਸ ਤੋਂ ਪਹਿਲਾਂ ਚੱਲਦੀਆਂ ਨੇ, ਕਿਉਂਕਿ ਜਿਹੜੀ ਸਾਡੀ ਡਿਊਟੀ ਸੀ ਲੰਗਰ ਸਾਹਿਬ ਤੇ ਸੀ, ਉੱਪਰ ਜਿੱਥੇ ਸੰਤ ਆ ਕੇ ਸਪੀਚ ਕਰਦੇ ਸੀ ਨਾ, ਕਾਰ ਸੇਵਾ ਵਾਲੇ ਸਿੰਘਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਤਾਂ ਨੂੰ ਲਿਆਉਣਾ ਸਵੇਰੇ, ਤੇ ਸੰਤਾਂ ਨੇ ਸਪੀਚ ਕਰਨੀ ਸ਼ਾਮ ਨੂੰ, ਉੱਥੇ ਅਕਾਲ ਤਖਤ ਸਾਹਿਬ ਛੱਡ ਕੇ ਫਿਰ ਆਪਣੇ ਇੱਥੇ ਆਜੋ, ਉੱਥੇ ਵਾਲੇ ਡਿਊਟੀਆਂ ਵਾਲੇ ਫਿਰ ਡਿਊਟੀ ਸੰਭਾਲ ਲੈਂਦੇ ਸਨ। ਫਿਰ ਇੱਥੇ ਲੰਗਰ ਸਾਹਿਬ ਤੇ ਆ ਕੇ ਰਿਹਾਇਸ਼ ਇੱਥੇ ਹੁੰਦੀ ਸੀ। ਔਰ ਉਸ ਤੋਂ ਬਾਅਦ ਇੱਕ ਚੀਜ਼ ਮੈਂ ਹੋਰ ਜਾਣਨੀ ਚਾਹ ਰਿਹਾ ਕਿ ਜਿੱਦਾਂ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂ ਬਹੁਤ ਸਾਰੇ ਹੋਰ ਜਿਹੜੇ ਸਿੰਘ ਉੱਥੇ ਡਿਊਟੀ ਦੇ ਰਹੇ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਹੁੰਦੀ ਹੈ, ਤਾਂ ਉਹ ਕਹਿੰਦੇ ਕਿ ਪੂਰੇ ਚੜ੍ਹਦੀ ਕਲਾ ਦੇ ਵਿੱਚ, ਪੂਰੇ ਹੌਸਲੇ ਦੇ ਵਿੱਚ ਸੀ। ਉੱਧਰੋਂ ਬੰਬਾਂ ਦੀਆਂ ਆਵਾਜ਼ਾਂ ਆਉਂਦੀਆਂ ਸੀ, ਗੋਲੀਆਂ ਦੀ ਆਵਾਜ਼ ਆ ਰਹੀ ਸੀਗੀ, ਪਰ ਸਿੰਘ ਵੀ ਪੂਰਾ ਡਟ ਕੇ ਜਵਾਬ ਦੇ ਰਹੇ ਸੀ ਹਰ ਚੀਜ਼ ਦਾ, ਪੂਰੀ ਮੋਰਚੇਬੰਦੀ ਕੀਤੀ ਗਈ ਸੀ। ਉਸ ਸਮੇਂ ਤਾਂ ਨਾ ਲਗਭਗ ਸਾਰਿਆਂ ਦਾ ਹੀ ਐ ਸੀ ਚਾਅ, ਜਿਵੇਂ ਕਿਤੇ ਕੋਈ ਨਾ ਆਪਣੇ ਕਿਸੇ ਖਾਸ ਦਾ ਵਿਆਹ ਹੋਵੇ ਨਾ, ਵੀ ਇੰਨੇ ਚਾਅ ਦੇ ਨਾਲ ਅੰਦਰੋਂ, ਭਾਵੇਂ ਦੁੱਖ ਸੀ ਦਰਬਾਰ ਸਾਹਿਬ ਤੇ ਅਟੈਕ ਹੋਇਆ, ਪਰ ਜਿਹੜਾ ਆਪਣਾ ਜੂਝਣ ਦਾ, ਸ਼ਹੀਦੀਆਂ ਪਾਉਣ ਦਾ, ਲੜਨ ਦਾ ਜਿਹੜਾ ਜਜ਼ਬਾ ਸੀ ਨਾ ਉਹਦੇ ਅੰਦਰੋਂ, ਜਿਹੜਾ ਬਹੁਤ ਜ਼ਿਆਦਾ ਆ ਰਿਹਾ ਸੀ ਬਾਹਰ। ਪਰ ਇਹ ਕੀ ਨਜ਼ਰ ਆਇਆ ਵੀ ਜਦੋਂ ਲਾਸ਼ਾਂ ਹੀ ਲਾਸ਼ਾਂ ਹੋਣ, ਸਾਰੇ ਬੰਨੇ ਲਾਸ਼ਾਂ ਦੇ ਢੇਰ ਵਿਛ ਗਏ ਹੋਣ, ਫਿਰ ਕੀ ਖਿਆਲ ਦੇ ਵਿੱਚ ਆਉਂਦਾ ਸੀ ਉਦੋਂ, ਮਨ ਦੇ ਵਿੱਚ ਕੀ ਆਉਂਦਾ ਸੀ ਵੀ ਇਹ ਹੋ ਕੀ ਰਿਹਾ? ਇਹ ਤਾਂ ਵੇਖੋ, ਕਿਉਂਕਿ ਕੋਈ ਬਾਹਰਲੇ ਮੁਲਕ ਦੇ ਨਾਲ ਤਾਂ ਲੜਾਈ ਨਹੀਂ ਸੀ, ਆਪਦੀ ਸਰਕਾਰ ਸੀ, ਆਪਦੇ ਦੇਸ਼ ਦੀ ਸਰਕਾਰ ਸੀ, ਆਪਦੇ ਮੁਲਕ ਦੀ ਸਰਕਾਰ ਸੀ। ਇਹ ਤਾਂ ਸਾਰਾ ਅਸੀਂ ਪਹਿਲਾਂ ਹੀ, ਜਦੋਂ ਕਿਸੇ ਨੇ ਬੰਦੇ ਨੇ ਪਹਿਲਾਂ ਵੇਖੋ ਤਿਆਰੀ ਕੀਤੀ ਹੋਵੇ ਨਾ, ਪਤਾ ਵੀ ਸਾਡੇ ਨਾਲ ਇਹ ਹੋਣਾ ਆ, ਫਿਰ ਬੰਦੇ ਨੂੰ ਥੋੜ੍ਹਾ ਜਿਹਾ ਦੁੱਖ ਘੱਟ ਮਹਿਸੂਸ ਹੁੰਦਾ ਹੈ ਨਾ। ਇਸੇ ਕਰਕੇ ਇਹ ਸਾਰਾ ਪਤਾ ਸੀ ਨੇ ਇਹ ਕੁਝ ਕਰਨਾ ਆ, ਕਿਉਂਕਿ ਜਿਨ੍ਹਾਂ ਦੇ ਕੋਲ ਪਾਵਰਾਂ ਹੁੰਦੀਆਂ ਨੇ, ਜਿਸ ਹੱਥ ਜ਼ੋਰ ਕਰ ਵੇਖਿਆ ਸੋਏ, ਉਹ ਅਜਮਾ ਅਜਮਾ ਕੇ ਵੇਖਦੇ ਨੇ। ਸੋ ਇਹਨਾਂ ਦਾ ਇਹ ਤਾਂ ਪਤਾ ਹੀ ਸੀ ਵੀ ਇੰਨਾ ਕੁਝ ਕਰਨਗੇ, ਤੇ ਇਹ ਤਾਂ ਕੁਛ ਸਾਨੂੰ ਉਹ ਨਹੀਂ ਸੀ ਵੀ ਅਚੰਭੇ ਵਾਲੀ ਗੱਲ ਨਹੀਂ ਸੀ ਹੈਗੀ। ਇੱਕ ਜਦੋਂ ਕੋਈ ਆਰਮੀ ਅੰਦਰ ਆਉਂਦੀ ਹੈ, ਕੋਈ ਉਹਨਾਂ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ? ਗੱਲਬਾਤ ਤਾਂ ਸੰਤਾਂ ਨਾਲ ਉਹਨਾਂ ਨੇ ਜਦੋਂ ਫਾਇਰ ਹੀ ਕਰ ਦਿੱਤਾ, ਗੱਲਬਾਤ ਕਾਹਦੀ ਹੋਣੀ ਸੀ? ਜਦੋਂ 4:45 ਵਜੇ ਇਹਨਾਂ ਨੇ ਫਾਇਰਿੰਗ ਐਡੀ ਜ਼ਬਰਦਸਤ ਸ਼ੁਰੂ ਕਰਤੀ ਆ, ਫਿਰ ਗੱਲਬਾਤ ਕਾਹਦੀ ਹੋਣੀ? ਉਸ ਤੋਂ ਪਹਿਲਾਂ ਸੰਤ ਭਿੰਡਰਾਂ ਵਾਲਿਆਂ ਨਾਲ ਵੀ ਕੋਈ ਉਹਨਾਂ ਦੀ ਗੱਲਬਾਤ ਨਹੀਂ ਹੋਈ? ਹੋ ਸਕਦਾ ਕਿਤੇ ਹੋਈਆਂ ਹੋਣ ਦੀਆਂ ਗੱਲਾਂ, ਕੋਈ ਹੋ ਸਕਦਾ ਕਹਿੰਦੇ ਹੋਣ, ਪਰ ਸਾਡੀ ਉਹਦੇ ਵਿੱਚ ਨੌਲੇਜ ਵਿੱਚ ਨਹੀਂ ਹੈਗੀ ਗੱਲ। ਠੀਕ ਹੈ। ਪਰ ਜਿੱਦਾਂ ਕਿ ਜ਼ਿਕਰ ਹੋ ਰਿਹਾ ਸੀਗਾ ਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੀ ਹੈ, ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਕਹਿੰਦੇ ਕਿ ਗੋਲੀਆਂ ਦੀ ਆਵਾਜ਼ ਆ ਰਹੀ ਸੀ, ਵਿੱਚ ਹੀ ਜਕਾਰੇ ਚੱਲਦੇ ਆ ਰਹੇ ਸੀ, ਔਰ ਘੁਲ ਮਿਲ ਕੇ ਆਵਾਜ਼ ਆ ਰਹੀ ਸੀ ਦੋਨਾਂ ਚੀਜ਼ਾਂ ਦੀ, ਕਿ ਪਤਾ ਨਹੀਂ ਲੱਗ ਰਿਹਾ ਸੀ ਕਿ ਗੋਲੀ ਚੱਲ ਕਿੱਧਰੋਂ ਰਹੀ ਹੈ। ਇੱਧਰੋਂ ਗੋਲੀ ਚੱਲਦੀ ਸੀ ਤਾਂ ਦੂਜੇ ਬੰਨੇ ਵੀ ਪੂਰਾ ਜਵਾਬ ਦਿੱਤਾ ਜਾ ਰਿਹਾ ਸੀ ਤੋੜ ਕੇ ਉਸ ਚੀਜ਼ ਦਾ। ਇਹ 'ਚ ਕੋਈ ਸ਼ੱਕ ਨਹੀਂ, ਇਸੇ ਤਰ੍ਹਾਂ ਸੀ। ਤੇ ਉਹਨਾਂ ਦੇ ਮੂੰਹ ਤੋੜਵਾਂ ਸਿੰਘਾਂ ਨੇ ਪੂਰਾ ਜਵਾਬ ਦਿੱਤਾ ਹਰ ਤਰ੍ਹਾਂ ਕਰਕੇ। ਜਿਵੇਂ ਵੀ ਇਹ ਆਏ ਨੇ, ਜਿਸ ਹਿਸਾਬ ਨਾਲ ਆਏ ਨੇ, ਆਉਣ ਤੋਂ ਪਹਿਲਾਂ ਹੀ ਸਿੰਘਾਂ ਨੇ ਪਿੱਛੇ ਹੀ ਬਹੁਤ ਸਾਂਭ ਲਏ ਸਨ, ਤੇ ਦਰਬਾਰ ਸਾਹਿਬ ਦੇ ਨੇੜੇ ਅੰਦਰ ਆ ਕੇ ਤੇ ਪ੍ਰਕਰਮੇ 'ਚ ਫਿਰ ਇਹਦੇ ਢੇਰ ਹੀ ਲੱਗ ਗਏ ਨੇ ਨਾ। ਬਹੁਤ ਸਾਰੇ ਲੋਕ ਕਹਿ ਰਹੇ ਕਿ ਜਦੋਂ ਪਾਣੀ ਦੀ ਟੈਂਕੀ ਟੁੱਟ ਕੇ ਡਿੱਗਦੀ ਹੈ ਥੱਲੇ, ਪਾਣੀ ਕਹਿੰਦੇ 72 ਘੰਟੇ ਤਾਂ ਸਾਨੂੰ ਪਾਣੀ ਨਹੀਂ ਮਿਲਿਆ ਅੰਦਰ, ਔਰ ਉਸ ਤੋਂ ਬਾਅਦ ਗੰਦਾ ਪਾਣੀ ਪੀਤਾ ਸੀ, ਗੰਦੀਆਂ ਚੀਜ਼ਾਂ, ਇਸ ਤਰ੍ਹਾਂ ਦੀ। ਤੁਸੀਂ ਤਾਂ ਮੌਕੇ ਤੇ ਸੀਗੇ, ਕੀ ਸਿਚੁਏਸ਼ਨ ਸੀ ਮੌਕੇ? ਹਾਂ, ਜਿਹੜਾ ਸਾਡਾ ਨਾ, ਅਸੀਂ 4 ਤਰੀਕ ਤੱਕ, 4 ਤਰੀਕ ਨੂੰ ਉੱਥੇ ਡਿਊਟੀ ਤੇ ਸਾਂ, ਹੈ ਨਾ, ਤੇ 4 ਤਰੀਕ ਨੂੰ 2 ਸਿੰਘ ਸਾਡੇ ਸ਼ਹੀਦ ਹੋਏ ਉੱਥੇ।
ਉਸ ਸਮੇਂ ਸਾਡੇ ਘਰੋਂ ਸਾਡਾ ਪਰਿਵਾਰ, ਕੁਝ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਮੇਰੀ ਡਿਊਟੀ ਲਾਈ ਹੋਈ ਸੀ ਸੰਤਾਂ ਨੇ, ਸੰਤ ਜਰਨੈਲ ਸਿੰਘ ਨੇ, ਪੌਂਟਾ ਸਾਹਿਬ ਉਦੋਂ ਉਹਨਾਂ ਬੱਚਿਆਂ ਨੂੰ ਸਿਖਲਾਈ ਵੀ ਦਿੰਦੇ ਸਾਂ, ਉਹ ਬੱਚੇ ਵੀ ਨਾਲ ਉੱਥੇ। ਫਿਰ ਬਾਬਾ ਠਾਰਾ ਸਿੰਘ ਜੋ ਸਾਡੇ ਮੇਰੇ ਸਹੁਰਿਆਂ 'ਚ ਰਿਸ਼ਤੇਦਾਰੀ ਪੈਂਦੀ ਹੈ, ਉਹਨਾਂ ਨੇ ਸਾਨੂੰ ਕਿਹਾ ਵੀ ਜਾ ਇੱਕ ਨਾ ਸਾਡੇ ਮੇਰੇ ਸਹੁਰਿਆਂ ਦਾ ਘਰ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਹੀ ਸੀ ਬਿਲਕੁਲ, ਅਤੇ ਉਹ ਕਹਿਣ ਲੱਗੇ ਵੀ ਜਾ ਤੁਸੀਂ ਨਾ ਪੰਜਾਬ ਸਿੰਘ ਵਾਲੀ ਗਲੀ ਹੈ ਇੱਕ, ਵੀ ਆਹ ਲੜਕੀ ਪੰਜਾਬ ਸਿੰਘ ਗਲੀ ਵਾਲੀ ਜਦੋਂ ਗੋਲੀ ਚੱਲ ਰਹੀ ਸੀ ਨਾ, ਦਰਬਾਰ ਸਾਹਿਬ ਦਰਸ਼ਨ ਕਰਨ ਆਈ ਸੀ, ਜਾ ਰਹੀ ਸੀ ਕਿ ਇਹਨਾਂ ਨੂੰ ਛੱਡਿਆ ਇਹਨਾਂ ਦੇ ਘਰ, ਅਤੇ ਉਹਨਾਂ ਨੇ ਆਪਣੇ ਜਿਹੜੇ ਸਾਡੇ ਘਰੋਂ ਸੀ ਉਹਨਾਂ ਨੂੰ ਕਹਿੰਦੇ ਇਹਨਾਂ ਨੂੰ ਸਰਾਂ ਛੱਡਿਆ, ਛੋਟੇ ਬੱਚੇ ਸੀ ਇਹਨਾਂ ਨੂੰ ਸਰਾਂ ਛੱਡਿਓ। ਅਸੀਂ 5 ਤਰੀਕ ਨੂੰ ਜਦੋਂ ਗਏ ਛੱਡਣ ਵਾਸਤੇ, 5 ਤਰੀਕ ਤੱਕ ਉੱਥੇ ਹੀ ਰਹੇ ਅਸੀਂ। ਸਾਡੇ ਨਾਲ ਦੇ 2 ਸਿੰਘ ਸ਼ਹੀਦ ਹੋ ਗਏ ਸੀ, ਅਸੀਂ ਉੱਥੇ ਰਹੇ ਹਾਂ। ਭਾਈ ਭਗਵਾਨ ਸਿੰਘ ਜੀ ਜਲੰਧਰ ਵਾਲੇ ਨੇ, ਉਹ ਵੀ ਉੱਥੇ ਨਾਲ ਹੀ ਸੀ ਸਾਡੇ। ਅਸੀਂ ਛੱਡਣ ਗਏ ਹਾਂ, ਮੇਰੇ ਨਾਲ ਇੱਕ ਟਾਂਗਰੇ ਪਿੰਡ ਦਾ ਸੀ, ਉਹਨੂੰ ਸ਼ਹੀਦ ਅਸੀਂ ਕਹਿੰਦੇ ਸੀ। ਉਹ ਤੇ ਅਸੀਂ ਦੋਵੇਂ ਰਸਤਾ ਪਿੱਛੋਂ ਪਾੜੇ, ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਹੁੰਦਾ ਸੀ ਇੱਕ ਪਿੱਛੇ, ਛੋਟਾ ਜਿਹਾ ਦਫ਼ਤਰ ਹੁੰਦਾ ਸੀ ਉਦੋਂ, ਉਹਦੇ ਵਿੱਚ ਦੀ ਰਾਹ ਬਣਾਇਆ ਸੀ ਬਾਹਰ ਨੂੰ ਨਿਕਲਣ ਨੂੰ। ਬਹੁਤ ਸਾਰੇ ਲੋਕ ਉੱਧਰੋਂ ਵੀ ਨਿਕਲ ਕੇ ਗਏ। ਉੱਧਰੋਂ ਨਿਕਲ ਕੇ ਅਸੀਂ ਪੰਜਾਬ ਸਿੰਘ ਵਾਲੀ ਗਲੀ ਉਹਨਾਂ ਨੂੰ ਛੱਡਣ ਗਏ ਹਾਂ। ਜਦੋਂ ਛੱਡ ਕੇ ਆਏ ਹਾਂ ਕਾਫੀ ਲੇਟ ਹੋ ਗਏ, ਗਏ ਵੀ ਲੇਟ ਸਾਂ ਅਸੀਂ, ਅਤੇ ਸਾਡੇ ਆਉਂਦਿਆਂ ਤੱਕ ਜਿਹੜੇ ਟੈਂਕ ਨੇ ਨਾ, ਜਿਹੜੇ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ, ਉਸ ਪਾਸੇ ਟੈਂਕ ਆ ਗਏ ਸੀ। ਫਿਰ ਅਸੀਂ ਸਰਾਂ 'ਚ ਰੁਕ ਗਏ, ਉਹ ਬੱਚਿਆਂ ਦੇ ਨਾਲ, ਪਰਿਵਾਰ ਦੇ ਨਾਲ। ਫਿਰ ਅਸੀਂ ਸਰਾਂ 'ਚ ਰੁਕ ਗਏ। ਫਿਰ ਇਹਨਾਂ ਨੇ ਉਹ ਜਿਹੜੀ ਟੈਂਕੀ ਪਾਣੀ ਵਾਲੀ ਸੀ ਨਾ, ਉਹ ਵਾਕਿਆ ਟੁੱਟ ਕੇ ਸਾਰਾ ਪਾਣੀ ਜਿਹੜਾ ਸੀ ਨਾ ਉਹ ਨਿਕਲ ਚੁੱਕਾ ਸੀ। ਉਹ ਉਹਨਾਂ ਨੇ 4 ਤਰੀਕ ਦੀ ਸ਼ਾਮ ਨੂੰ ਟੈਂਕੀ ਤੋੜ ਦਿੱਤੀ ਸੀ, ਪਤਾ ਨਹੀਂ 5 ਨੂੰ ਟੁੱਟੀ ਹੈ ਟੈਂਕੀ। ਉਹ ਪਾਣੀ ਸਾਰਾ ਨਿਕਲ ਗਿਆ ਸੀ, ਪੀਣ ਪੂਣ ਦਾ ਕੋਈ ਉੱਥੇ ਪਾਣੀ ਦਾ ਇੰਤਜ਼ਾਮ ਨਹੀਂ ਸੀ ਰਿਹਾ। ਵਾਕਿਆ ਗੱਲ ਸੀ, ਬੜਾ ਔਖਾ, ਪਾਣੀ ਦਾ ਬਹੁਤ ਔਖਾ ਹੋਇਆ ਸਾਰਿਆਂ ਵਾਸਤੇ। ਇੱਧਰੋਂ ਜਦੋਂ 5 ਤਰੀਕ ਨੂੰ ਮਿਲਟਰੀ ਜਿਹੜੀ ਹੈ ਨਾ, ਜਿਹੜੇ ਪਾਸੇ ਟੈਂਕੀ ਆ ਉਸ ਪਾਸੇ ਇੱਕ ਗੇਟ ਸੀ ਪਿਛਲੇ ਪਾਸੇ, ਉਸ ਗੇਟ ਥਾਣੀ ਨਾ ਸਰਾਂ ਵਿੱਚ, ਉਸ ਗੇਟ ਥਾਣੀ ਅੰਦਰ ਪ੍ਰਵੇਸ਼ ਕੀਤਾ ਮਿਲਟਰੀ ਨੇ। ਫਿਰ ਉਹਨੇ ਚੜ੍ਹ ਕੇ ਪੌੜੀਆਂ ਦੇ ਵਿੱਚ ਜਿਹੜੇ ਥੱਲੇ ਲੋਕ ਸੀ ਉਹਨਾਂ ਨੂੰ ਗੋਲੀਆਂ ਮਾਰੀ ਗਏ, ਜਿਹੜੇ ਬਾਹਰ ਸੀ ਬਰਾਂਡਿਆਂ ਦੇ, ਜਿਹੜੇ ਕਮਰਿਆਂ ਸੀ, ਕਿਤੇ ਗਰਨੇਡ ਸੁੱਟਤਾ, ਕਿਤੇ ਬਰਸਟ ਮਾਰਤਾ, ਇਸ ਤਰ੍ਹਾਂ ਕਰਕੇ ਪੂਰੀ ਦਹਿਸ਼ਤ ਪਾਤੀ ਸੀ। ਰਾਤ ਇੱਥੋਂ ਤੱਕ ਵੀ ਅਸੀਂ ਦੇਖਿਆ ਜਿਵੇਂ ਸਾਨੂੰ ਵੀ ਬੰਦ, ਕਿ ਦੂਜੀ ਮੰਜ਼ਿਲ 'ਤੇ ਅਸੀਂ ਕਮਰੇ 'ਚ ਹੋ ਗਏ ਸੀ ਬੰਦ, ਸਾਡਾ ਵੀ ਬਾਹਰੋਂ ਕੁੰਡਾ ਬੰਦ ਕਰਤਾ, ਬੱਚੇ ਨਾਲ ਸੀ। ਇੱਕ ਉਹਨਾਂ ਬੱਚਿਆਂ 'ਚੋਂ ਸ਼ਹੀਦ ਵੀ ਹੋਇਆ ਸਾਡਾ। ਅਤੇ ਉਹ ਮੁੜ ਕੇ ਅਸੀਂ ਦੇਖਿਆ ਸਾਹਮਣੇ ਬਾਰੀ ਵਿੱਚੋਂ ਦਿਖਦਾ ਸੀ ਵੀ ਅੱਗ ਲਾਤੀ ਕਮਰੇ ਵਿੱਚ, ਅਤੇ ਤੜਫਦੇ ਫਿਰਦੇ ਬੰਦੇ, ਜਿਉਂਦੇ ਨਾ ਕਮਰੇ ਦੇ ਵਿੱਚ ਭੱਜੇ ਫਿਰਦੇ ਆ, ਵੀ ਜਿਵੇਂ ਅੱਗ ਲੱਗੀ ਅਤੇ ਬਹੁਤ ਜ਼ਿਆਦਾ ਬੁਰੀ ਉਹਨਾਂ ਦੀ ਹਾਲਤ ਹੋਈ ਪਈ ਸੀ। ਅਸੀਂ ਸਾਹਮਣੇ ਵੇਖ ਰਹੇ ਸਾਂ। ਫਿਰ ਰਾਤ ਸਾਰੀ ਇੱਦਾਂ ਹੀ ਲੰਘੀ, ਥੱਲੇ ਆਵਾਜ਼ਾਂ ਆਈ ਗਈਆਂ, ਗੋਲੀ ਚੱਲੀ ਗਈ, ਅਸੀਂ ਸਾਨੂੰ ਕਮਰੇ ਸਾਡੇ ਕੋਲ ਨਹੀਂ ਆਏ। ਫਿਰ ਸਾਨੂੰ ਇਹਨਾਂ ਨੇ ਦਿਨੇ 10 ਕੁ ਵਜੇ ਨਾਲ ਸਾਨੂੰ ਕੱਢਿਆ। ਪਹਿਲਾਂ ਆਉਂਦਿਆਂ ਹੀ ਉਹਨਾਂ ਨੇ ਉੱਥੇ ਗੋਲੀਆਂ ਚਲਾਈਆਂ, ਕਾਫੀ ਆਵਾਜ਼ ਬੂਝ ਆਈ। ਫਿਰ ਉਹਨਾਂ ਨੇ ਕਿਹਾ ਵੀ ਬਾਹਰ ਨਿਕਲਿਓ। ਫਿਰ ਇਹਨਾਂ ਨੇ ਬਾਹਰ ਕੱਢ ਕੇ ਪੌੜੀਆਂ ਉਤਰੇ ਆ। ਫਿਰ ਉੱਥੇ ਫਿਰ ਚੰਗਾ ਇਹਨਾਂ ਨੇ ਕਾਫੀ ਵੀ ਡਾਂਗ ਸੋਟਾ ਜੋ ਵੀ ਬੱਟ ਬੁੱਟ ਉਹਨਾਂ ਦੇ ਮਾਰੇ। ਫਿਰ ਉਸ ਤੋਂ ਬਾਅਦ ਸਾਨੂੰ ਲਿਆ ਕੇ ਪਰਿਕਰਮਾ ਬਰਾਂਡੇ ਦੇ ਇੱਕ ਸਾਈਡ 'ਤੇ ਬਿਠਾ ਦਿੱਤਾ। ਉੱਥੇ ਬਿਠਾਇਆ, ਅਸੀਂ ਕੀ ਦੇਖਦੇ ਹਾਂ, ਉੱਧਰੋਂ ਨਾ ਇੱਕ ਥੱਲੇ ਗੁਰੂ ਰਾਮਦਾਸ ਸਰਾਂ ਦੇ ਥੱਲੇ ਇੱਕ ਬੇਸਮੈਂਟ ਹੈ। ਬੇਸਮੈਂਟ ਵਿੱਚੋਂ ਚਿੱਟਾ ਕੱਪੜਾ ਬਾਹਰ ਕੱਢਿਆ ਕਿਸੇ ਨੇ, ਅਤੇ ਉਦੋਂ ਇਹਨਾਂ ਨੇ ਆਵਾਜ਼ ਦਿੱਤੀ ਸਪੀਕਰ ਵਿੱਚ ਵੀ ਤੁਸੀਂ ਸਾਰੇ ਹੈਂਡਜ਼ ਅਪ ਕਰਕੇ ਬਾਹਰ ਆ ਜਾਓ, ਤੁਹਾਨੂੰ ਕੁਝ ਨਹੀਂ ਕਿਹਾ ਜਾਊਗਾ। ਅਤੇ ਉਹ ਜਿੰਨੇ ਵੀ ਸੀ ਬਾਹਰ ਆ ਗਏ, ਅਤੇ ਉਹਨਾਂ ਨੂੰ ਕਹਿੰਦੇ ਲਾਈਨਾਂ ਲਾ ਲਓ। ਉਹਨਾਂ ਨੇ ਲਾਈਨਾਂ ਲਾਤੀਆਂ। ਇੱਕ ਬਿਸਲ ਵੱਜੀ ਆ, ਉਹਨੇ ਨਾਲ ਹੀ ਗਰਨੇਡ ਅਤੇ ਗੋਲੀਆਂ ਦੀ ਇੰਨੀ ਵਾਛੜ ਹੋ ਗਈ, ਜਿਹੜੇ ਬੰਦੇ ਸੀ ਐਂ ਲੱਗੇ ਵੀ ਜਿਵੇਂ ਵੱਢ ਕੇ ਨਾ ਕੋਈ ਢੇਰ ਲਾਇਆ ਹੁੰਦਾ, ਇੰਝ ਚੀਥੜੇ ਉੱਥੇ ਬੰਦਿਆਂ ਦੇ ਵੱਢ ਕੇ ਉੱਥੇ ਢੇਰ ਲੱਗ ਗਏ, ਉੱਡ ਗਏ ਸਾਰੇ। ਈਵਨ ਅਸੀਂ ਸਾਨੂੰ ਸਾਹਮਣੇ ਬਿਠਾਇਆ ਸੀ ਬੰਨ੍ਹ ਕੇ ਪਰਲੇ ਪਾਸੇ ਬਰਾਂਡੇ ਦੇ ਖੂੰਜੇ 'ਤੇ। ਅਸੀਂ ਨੇ ਹੋਰ ਵੀ ਕਾਫੀ ਮੇਰੇ ਕੋਲ 50-60 ਜਣੇ, 100 ਜਣਾ ਹੋਣਾ, ਉਹਨਾਂ ਨੂੰ ਖੂੰਜੇ 'ਚ ਬਿਠਾਇਆ ਸੀ। ਅਸੀਂ ਵੇਖਿਆ ਜਦੋਂ ਗੋਲੀ ਚੱਲੀ ਆ ਨਾ, ਇੱਕ ਬੱਚਾ ਬੀਬੀ ਦੇ ਪੇਟ ਵਿੱਚੋਂ ਡਿੱਗਦਾ ਵੀ ਨਜ਼ਰ ਆਇਆ, ਅਣਜੰਮਿਆ ਬੱਚਾ ਨਾ,
ਉਹ ਵੀ ਪੇਟ ਵਿੱਚੋਂ ਡਿੱਗਦਾ ਨਜ਼ਰ ਆਇਆ। ਜਿਵੇਂ ਉਹ ਆਏ ਨੇ ਗੋਲੀ ਚਲਾਈ ਹੈ ਨਾ, ਫਿਰ ਭੱਜਣ ਦੀ ਕੋਸ਼ਿਸ਼ ਕੀਤੀ, ਜਿਵੇਂ ਗੋਲੀ ਚੱਲੀ ਹੈ ਜਾਂ ਗ੍ਰੇਨੇਡ ਚੱਲੇ ਨੇ, ਭੱਜਣ ਦੀ ਕਿਸੇ ਕੋਸ਼ਿਸ਼ ਕੀਤੀ ਆ। ਜਿੰਨਾ ਉਹਨਾਂ ਚੋਂ ਮੇਰੇ ਕੋਲ 2-4 ਜਣੇ ਬਚੇ ਹੈਗੇ ਸੀ, ਉਹ ਵੀ ਸਾਡੇ ਨਾਲ ਜੇਲ੍ਹ 'ਚ ਰਹੇ ਨੇ, ਤੇ ਉਹ ਵੀ ਫੱਟੜ ਹੋ ਗਏ ਸਨ, ਪਰ ਉੱਦਾਂ ਬਚ ਗਏ ਸੀ। ਤੇ ਉਹ ਉੱਥੇ ਸਾਹਮਣੇ ਸਾਡੇ ਇਹ ਬੜਾ ਮਨ ਰੋਇਆ ਉਦੋਂ ਵੇਖ ਕੇ ਵੀ ਆ ਹਾਲੇ ਪ੍ਰੈਗਨੈਂਟ ਸੀਗੀ, ਉਹ ਤੁਰੀ ਆਉਂਦੀ ਹੋਣੀ, ਉਹਦੇ ਗੋਲੀ ਵੱਜੀ। ਉਹ ਜਦੋਂ ਥੱਲਿਓਂ ਅੱਛਾ ਜਿਹੜੇ ਥੱਲੇ ਹੈਗੇ ਵੀ ਸਨ ਨਾ, ਇਹ ਜਿਵੇਂ ਨਾ ਵਿਚਾਰੇ ਗਰੀਬ ਗੁਰਬੇ, ਰਿਕਸ਼ਿਆਂ ਵਾਲੇ, ਹੋਰ ਜਿਹੜੇ ਯਾਤਰੂ ਸੀ, ਕੋਈ ਅੱਜ ਵਾਂਗੂ ਤੇ ਲੋਕ ਨਾ ਸਹੂਲਤਾਂ ਭਾਲਦੇ ਸਨ ਤੇ ਨਾ ਹੀ ਹੁੰਦੀਆਂ ਸਨ। ਗੁਰੂ ਰਾਮਦਾਸ ਰਾਜ ਥੋੜ੍ਹੇ ਕਮਰੇ, ਕੋਈ ਪਰਿਕਰਮਾ 'ਚ ਸੌਂ ਜਾਂਦਾ ਸੀ, ਕੋਈ ਬਰਾਂਡੇ 'ਚ ਸੌਂ ਜਾਂਦਾ ਸੀ। ਉਦੋਂ ਅੱਜ ਵਾਂਗੂ ਬਾਹਲੀ ਸਹੂਲਤਾਂ ਨਹੀਂ ਸੀ ਭਾਲਦੇ ਕੋਈ। ਉੱਥੇ ਜਿੰਨੇ ਵੀ ਕਿਸੇ ਨੇ ਲੰਗਰ ਪਾਣੀ ਛਕਣਾ ਤੇ ਆ ਕੇ ਬਰਾਂਡਿਆਂ 'ਚ ਪਰਿਕਰਮਾ 'ਚ ਕਿਤੇ ਨਾ ਕਿਤੇ ਸੌਂ ਜਾਂਦੇ ਸਨ। ਉਹ ਜਿਹੜੇ ਰਿਕਸ਼ਿਆਂ ਵਾਲੇ ਗਰੀਬ ਹੋਰ ਜਿਹੜੇ ਸੀ, ਕੋਈ ਉਹ ਬਹੁਤੇ ਉਹ ਸੀ ਥੱਲੇ, ਉਹਨਾਂ 'ਚੋਂ ਕੁਝ ਕੋਈ ਹੋਣਗੇ ਜਿਹੜੇ ਯਾਤਰੂ ਸੀ, ਬਾਕੀ ਬਹੁਤੇ ਜਿਹੜੇ ਸੀ ਨਾ ਉਹ ਸੀ। ਤੇ ਉਹ ਜਦੋਂ ਉਹਨਾਂ ਨੂੰ ਬਾਹਰ ਨਿਕਲੇ ਨੇ ਤੇ ਇਸ ਤਰ੍ਹਾਂ ਚਲਾਈ ਆ ਗੋਲੀ ਤੇ ਗਰਨੇਡ, ਤੇ ਬਸ ਜਾਣੀ ਇਹ ਕਿੱਡਾ ਵੱਡਾ ਢੇਰ ਹੀ ਬਣ ਗਿਆ ਉੱਥੇ। ਇੱਕ ਦੂਜੇ ਦੇ ਭੱਜਦਿਆਂ ਉੱਤੇ ਡਿੱਗੇ, ਗੋਲੀ ਵੱਜੀਆਂ, ਗਰਨੇਡ ਵੱਜੇ ਉੱਥੇ। ਉੱਧਰੋਂ ਕੁਝ ਸਮੇਂ ਬਾਅਦ ਅਸੀਂ ਕੀ ਵੇਖਦੇ ਹਾਂ, ਉੱਧਰੋਂ ਸਾਹਮਣੇ ਜਾ ਕੇ ਜਦੋਂ ਸਵੇਰੇ ਅਸੀਂ ਆ ਕੇ ਵੇਖਿਆ ਸੀ ਨਾ, ਪੌੜੀ ਗੁਰੂ ਰਾਮਦਾਸ ਦੀ ਪੌੜੀਆਂ ਦੇ ਥੱਲੇ ਨਾ ਜਿਹੜਾ ਬਰਾਂਡਾ ਉਦੋਂ ਉੱਚਾ ਸੀ, ਹੁਣ ਉੱਚਾ, ਬਾਕੀ ਥੱਲੇ ਨੀਵਾਂ ਸੀ, ਜਿੱਥੇ ਪਾਣੀ ਵਾਲੀ ਟੈਂਕੀ ਆ। 2 ਟੈਂਕੀਆਂ ਨੇ, ਇੱਕ ਅੰਦਰ ਪਾਣੀ ਵਾਲੀ ਟੈਂਕੀ ਪਹਿਲਾਂ ਪੁਰਾਣੀ ਸੀ, ਜਿੱਥੇ ਗੁਰੂ ਰਾਮਦਾਸ ਸਰਾਂ ਦੇ ਅੰਦਰ ਸੀ, ਇੱਕ ਬਾਹਰ ਨਵੀਂ ਬਣੀ ਜਿਹੜੀ ਬਾਅਦ 'ਚ ਟੱਠੀ ਆ ਤੋੜੀ, ਜਿੱਥੇ ਮੋਰਚਾ ਬਣਿਆ ਸੀ। ਫਿਰ ਉਹ ਜਿਹੜੀ ਸੀ ਨੀਵੀਂ ਸੀ ਜਗ੍ਹਾ, ਉਹ ਜਗ੍ਹਾ ਨੀਵੀਂ ਹੋਣ ਦੇ ਬਾਵਜੂਦ ਵੀ ਜਿਵੇਂ ਰਾਤ ਨੂੰ ਗੋਲੀਆਂ ਚਲਾਉਂਦੇ ਰਹੇ, ਮਾਰਦੇ ਰਹੇ ਨਾ, ਉਹ ਨੀਵੀਂ ਜਗ੍ਹਾ ਤੋਂ ਉਹ ਬਰਾਂਡੇ ਤੋਂ ਉੱਚੇ ਹੋਇਆ ਪਿਆ, ਲੱਗਾ ਪਿਆ ਸੀ ਢੇਰ, ਐਡਾ ਲੋਕਾਂ ਦੀ ਲਾਸ਼ਾਂ ਪਈਆਂ ਹੋਈਆਂ ਸੀ, ਐਡਾ ਵੱਡਾ ਉੱਥੇ ਢੇਰ ਲੱਗਾ ਪਿਆ ਸੀ ਲਾਸ਼ਾਂ ਦਾ। ਵੀ ਉਹਦੇ ਵਿੱਚ ਮੇਰੇ ਖਿਆਲ ਬਹੁਤੇ ਸੰਗਰੂਰ ਜ਼ਿਲ੍ਹੇ ਦੇ ਸੀ ਜਿਹੜੇ ਗ੍ਰਿਫਤਾਰੀਆਂ ਦੇਣ ਵਾਸਤੇ ਆਏ ਸੀ ਨਾ, ਉਹ ਵੀ ਬਹੁਤ ਉੱਥੇ ਸ਼ਹੀਦ ਹੋਏ। ਨਾ ਬੰਦਾ ਦੇਖਿਆ, ਨਾ ਬੁੜੀਆਂ ਦੇਖਿਆ, ਨਾ ਕੁਛ, ਨਾ ਬੱਚਾ ਦੇਖਿਆ। ਈਵਨ ਵੇਖੋ ਹੋਰ ਦੱਸਾਂ ਤੁਹਾਨੂੰ, ਅੱਗੇ ਮੈਂ ਕਈ ਵਾਰ ਦੱਸਿਆ, ਅਸੀਂ ਉੱਥੇ ਬੈਠੇ ਹਾਂ, ਇੱਕ ਬੱਚਾ ਆ, ਮਾਂ ਉਹਦੀ ਮਰੀ ਪਈ ਆ, ਇੱਕ ਬੱਚਾ ਆ, ਕਦੇ ਇੱਧਰ ਮਾਂ ਦੇ ਅਖੀਰ ਨੂੰ ਦੁੱਧ ਵਾਲੇ ਪਾਸੇ ਜਾਂਦਾ, ਜ਼ਿਆਦਾ ਦੁੱਧ ਵਾਲੇ ਪਾਸੇ ਜਾ ਰਿਹਾ, ਤੇ ਇੱਕ ਆਇਆ ਫੌਜੀ, ਉਹਨੇ ਬੱਚੇ ਨੂੰ ਫੜਿਆ, ਫੜ ਕੇ ਨਾ ਐ ਚੱਕਿਆ, ਤਾਂ ਜਿਵੇਂ ਫੋਟੋ ਨਹੀਂ ਆਪਾਂ ਦੇਖਦੇ ਹੁੰਦੇ ਪੁਰਾਣੇ ਜ਼ਮਾਨੇ ਦੀਆਂ, ਤੇ ਐ ਫੜਿਆ ਤੇ ਦੂਜੇ ਨੇ ਬਰਸਟ ਮਾਰਿਆ, ਉਹਦੇ ਲੱਤਾਂ ਹੀ ਉਹਦੇ ਹੱਥ ਰਹਿ ਗਈਆਂ, ਬਾਕੀ ਥੱਲੇ ਵਾਲਾ ਉਡਾ ਹੀ ਦਿੱਤਾ। ਬੱਚੇ ਮੇਰੇ ਖਿਆਲ ਸਾਲ ਦਾ ਨਹੀਂ ਹੋਣਾ ਬੱਚਾ, ਸਾਲ ਤੋਂ ਵੀ ਛੋਟਾ ਸੀ, ਉਡਾ ਹੀ ਦਿੱਤਾ। ਇਹ ਹੋਇਆ। 2 ਬੱਚੇ ਅਸੀਂ ਵੇਖੇ, ਮੇਰੇ ਖਿਆਲ ਇੱਕ 12 ਇੱਕ 14 ਸਾਲ, ਛੋਟੇ ਬੱਚੇ, ਦਾੜੀਏ ਸੀ, ਬੜੀਆਂ ਸੋਹਣੀਆਂ ਬਰੈਣਾ ਪਾਈਆਂ, ਸਿਰ ਤੇ ਜੂੜੇ ਚਿੱਟੇ ਰੁਮਾਲ ਪਾਏ, ਬੜੇ ਸੋਹਣੇ, ਤੇ ਉਹ ਰੋ ਰਹੇ ਸਨ, ਮੰਮੀ ਡੈਡੀ ਕਹਿਣ ਲੱਗਦਾ ਸੀ, ਕੋਈ ਚੰਗੇ ਅਮੀਰ ਪਰਿਵਾਰ ਦੇ ਸੀ, ਤੇ ਉਹ ਰੋ ਰਹੇ ਸੀ, ਮੰਮੀ ਡੈਡੀ ਕਰ ਰਹੇ ਸੀ। ਉਹਨਾਂ ਨੂੰ ਮਿਲਟਰੀ ਵਾਲੇ ਕਹਿੰਦੇ, ਜਿੱਥੇ ਪੌੜੀਆਂ ਨੇ ਨਾ, ਉੱਧਰੋਂ ਕਹਿੰਦੇ ਤੁਹਾਡੇ ਮੰਮੀ ਡੈਡੀ ਉਹ ਪਰਲੇ ਪਾਸੇ, ਜਿਹੜੇ ਪਾਸੇ ਨਾ ਸਰਾਂਤ ਅੰਦਰ ਵੜੀ ਦਾ, ਗੁਰੂ ਰਾਮਦਾਸ ਸਰਾਂ ਵਾਲੇ ਪਾਸੇ, ਉਸ ਪਾਸੇ ਹੈ। ਜਦੋਂ ਬੱਚੇ ਉਸ ਪਾਸੇ ਨੂੰ ਥੋੜ੍ਹੇ ਜਿਹੇ ਮੁੜੇ ਹੀ ਨੇ ਨਾ, ਤੇ ਮਾਰ ਕੇ ਬਰਸਟੋ 2 ਬੱਚੇ ਉਡਾਤੇ। ਜਿਨ੍ਹਾਂ ਨੇ, ਜਿਹੜੇ ਫੌਜੀਆਂ ਨੇ ਕਿਹਾ ਕਿ ਉਸ ਬੰਦੇ ਨੇ, ਉਹਨਾਂ ਨੇ ਗੋਲੀਆਂ ਮਾਰਤੀਆਂ। ਉੱਧਰ ਕਹਿੰਦੇ ਉੱਧਰ ਗਏ, ਪਤਾ ਨਹੀਂ ਕੀ ਮਨ ਚਾਹੇ ਬਾਅਦ 'ਚ, ਤੇ ਉਹ ਮਾਰ ਕੇ ਗੋਲੀਆਂ, ਤੇ ਉਹ 2 ਬੱਚੇ ਵੀ ਉੱਥੇ ਉਡਾਤੇ, ਅੱਖਾਂ ਦੇ ਵੇਖਦੇ ਨੇ। ਤੁਸੀਂ ਆਪਦੇ ਅੱਖੀਆਂ ਸਾਰਾ ਜਿਹੜੇ ਆ ਤਿੰਨੇ, ਜਿਹੜਾ ਇਹ ਤਾਂ ਭੁੱਲਦੇ ਹੀ ਨਹੀਂ ਨੇ, ਇੱਕ ਜਿਹੜਾ ਬੱਚਾ ਪੇਟ ਵਿੱਚ, ਇੱਕ ਉਹ ਬੱਚਾ ਚੁੱਕ ਕੇ ਮਾਰਿਆ, ਤੇ ਆਹ ਜਿਹੜੇ ਬੱਚੇ ਛੋਟੇ ਸੀ, ਇਹ ਤੇ ਅੱਖਾਂ ਕੇ ਸੀਨ ਰਹਿੰਦਾ ਹੀ, ਹਮੇਸ਼ਾ ਹੀ ਸੀਨ ਰਹਿੰਦਾ। ਤੇ ਉਧਰੋਂ ਫਿਰ ਉੱਥੇ ਜਿਵੇਂ ਸਾਨੂੰ ਸਾਰਿਆਂ ਨੂੰ ਫੜ ਕੇ ਬਿਠਾਇਆ ਸੀ, ਹੋਰ ਵੀ ਜਿਹੜੇ ਨੇੜੇ ਕੱਢ ਕੇ ਬਾਹਰ ਲਿਆ ਰਹੇ ਸਨ। ਉਧਰੋਂ ਇੱਕ ਆਇਆ, ਸਕੱਤਰ ਸੀ ਸ਼੍ਰੋਮਣੀ ਕਮੇਟੀ ਦਾ, ਭਾਨ ਸਿੰਘ, ਉਹਦੀ ਪਹਿਲਾਂ ਪੱਗ ਬੰਨੀ ਹੋਈ ਸੀ। ਉੱਥੇ ਆਏ ਮਿਲਟਰੀ ਵਾਲੇ ਨੇ ਉਹਦੀ ਪੱਗ ਲਵਾ ਕੇ ਸਟਾਤੀ, ਮੇਰੇ ਕੋਲ ਛੋਟਾ ਜਿਹਾ ਪਰਨਾ ਸੀ, ਮੈਨੂੰ ਦਿੱਤਾ ਨੇ। ਉਧਰੋਂ ਕੁਝ ਚਿਰ ਬਾਅਦ ਰਾਮੂ ਵਾਲੀ ਆਇਆ, ਤੇ ਉਹ ਆ ਕੇ ਨੇ ਸਾਡੇ 'ਤੇ ਲੈਕਚਰ ਕੀਤਾ, ਕਹਿਣ ਲੱਗਾ ਜੀ ਤੁਸੀਂ ਕਿਸੇ ਨੇ ਕੁਝ ਨਹੀਂ ਕਰਨਾ, ਜੋ ਹੋ ਗਿਆ ਸੋ ਹੋ ਗਿਆ, ਤੁਹਾਨੂੰ ਹੁਣ ਬਾਹਰ ਜਾ ਕੇ ਸਾਰਿਆਂ ਨੂੰ ਛੱਡ ਦਿੱਤਾ ਜਾਏਗਾ, ਤੁਹਾਡੇ ਘਰਾਂ 'ਚ ਪਹੁੰਚਾਇਆ ਜਾਏਗਾ, ਵੀ ਜਿੰਨੀ ਵੀ ਸੰਗਤ ਹੈ ਸਾਰੀ,
ਕਿਸੇ ਨੇ ਤੁਸੀਂ ਇੰਜ ਮਹਿਫੂਜ਼ ਹੋ ਜਿਵੇਂ ਬਦਾਮ ਦੀ ਗਿਰੀ ਹੁੰਦੀ ਆ ਉਹਦੇ ਛਿਲਕੇ 'ਚ, ਇੰਜ ਮਹਿਫੂਜ਼ ਆ ਤੁਸੀਂ। ਫਿਰ ਉਹ ਸਾਡੇ ਸਾਰਿਆਂ ਦੇ ਨਾਂ ਲਿਖ ਕੇ ਲੈ ਗਿਆ। ਉੱਧਰੋਂ ਫਿਰ ਮੇਰੇ ਖਿਆਲ ਸ਼ਾਇਦ ਬਾਜਵਾ ਸੀ ਨਾ ਉਹਦਾ, ਪੁਲਿਸ ਵਾਲਿਆਂ ਦਾ, ਉਹ ਆਏ। ਫਿਰ ਉਹਨੇ ਸਾਨੂੰ ਪਾਣੀ ਪੂਣੀ ਪਿਲਾਇਆ। ਇਹ ਸਾਨੂੰ 6 ਤਰੀਕ ਨੂੰ ਸ਼ਾਮ ਨੂੰ, ਇਹ 6 ਤਰੀਕ ਨੂੰ ਸ਼ਾਮ ਦੀ ਗੱਲ ਹੈ। ਹਾਂ ਠੀਕ ਹੈ। ਜਿਹੜਾ ਸਾਰਾ ਆ ਜਿਹੜੇ ਵਾਕਿਆ ਦਿਖਾਇਆ ਨਾ, ਦੱਸਿਆ ਤੁਹਾਨੂੰ ਨਾ, ਉਹ ਬੱਚੇ ਵਾਲਾ, ਥੱਲੇ ਆਉਣ ਵਾਲਾ, ਜਾਂ ਉਹ ਬੱਚੇ ਨੂੰ ਮਾਰਨ ਵਾਲਾ, ਹਾਂ, ਜਾਂ ਉਹ, ਇਹ ਸਾਰੇ 6 ਤਰੀਕ ਦੇ 10 ਵਜੇ ਤੋਂ ਬਾਅਦ ਦੇ ਨੇ। 10 ਵਜੇ ਤੱਕ ਅਸੀਂ ਕਮਰੇ 'ਚ ਸਾਨੂੰ ਅੰਦਰ ਰੱਖਿਆ ਬੰਦ ਕਰਕੇ, 10 ਵਜੇ ਤੋਂ ਬਾਅਦ ਵਾਲੇ ਨੇ। ਤੁਸੀਂ ਮੋਰਚੇ 'ਚ ਕਿੰਨੀ ਤਰੀਕ ਤੱਕ ਰਹੇ ਹੋ? ਜਾਂ 5 ਤੱਕ। ਹਥਿਆਰ ਤੁਸੀਂ 5 ਤੱਕ ਚਲਾਏ ਨੇ? 5 ਤੱਕ ਉੱਥੇ ਰਹੇ ਅਸੀਂ ਲੰਗਰਹਾਲ 'ਚ। ਠੀਕ ਹੈ। ਔਰ ਵਿਜ਼ਨ ਦੀ ਗੱਲ ਆਉਂਦੀ ਹੈ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਜਦੋਂ ਮੁਲਾਕਾਤ ਹੁੰਦੀ ਸੀ ਜਾਂ ਗੱਲਬਾਤ ਹੁੰਦੀ ਸੀ, ਕਿਹੜੀ ਚੀਜ਼ ਤੇ ਚਰਚਾ ਕਰਦੇ ਹੁੰਦੇ ਸੀਗੇ, ਜਾਂ ਵਿਜ਼ਨ ਕੀ ਸੀ ਉਹਨਾਂ ਦਾ ਮੇਨਲੀ? ਸੰਤਾਂ ਦਾ ਇੱਕੋ ਇੱਕ ਸੀ, ਵੇਖੋ, ਨਾ ਉਹ ਹਿੰਦੂਆਂ ਦੇ ਵਿਰੁੱਧ ਸਨ, ਨਾ ਉਹ ਮੁਸਲਮਾਨਾਂ ਦੇ ਵਿਰੁੱਧ ਸਨ, ਉਹ ਤਾਂ ਜ਼ੁਲਮ ਦੇ ਵਿਰੁੱਧ ਸਨ। ਉਹ ਇੱਕੋ ਗੱਲ ਸੀ, ਵੇਖੋ ਕਿਵੇਂ ਹਰਭਜਨ ਲਾਲ ਨੇ ਕਿਵੇਂ ਸਾਡੀਆਂ ਧੀਆਂ ਭੈਣਾਂ ਨੰਗੇ ਕੀਤੀਆਂ 82 ਦੇ ਵਿੱਚ, ਜਦੋਂ ਗੇਮਾਂ ਹੋਈਆਂ ਨੇ, ਉਦੋਂ ਜਾਣ ਤੋਂ ਬੜਾ ਇਤਿਹਾਸ, ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਗਨ ਭੇਟ ਕੀਤਾ ਗਿਆ, ਹਾਂਜੀ, ਨੌਜਵਾਨਾਂ ਨੂੰ ਸ਼ਹੀਦ ਕੀਤਾ। ਇਹ ਸਾਰੀਆਂ ਗੱਲਾਂ ਤੋਂ ਸਾਨੂੰ ਸਾਰਿਆਂ ਨੂੰ, ਸਾਨੂੰ ਨਹੀਂ ਮਤਲਬ ਸਾਰੇ ਸਿੱਖ ਪੰਥ ਨੂੰ ਜਾਗਰਤ ਕਰਦੇ ਸਨ ਵੀ ਭਾਈ ਤੁਹਾਨੂੰ ਜਾਗਣਾ ਪਵੇਗਾ, ਵੀ ਇਹ ਜਿਹੜੇ ਵੈਰੀ ਨੇ ਨਾ, ਇਹ ਕਰਾਰੇ ਹੱਥਾਂ ਤੋਂ ਬਗੈਰ ਮਿੱਤ ਨਹੀਂ ਹੋਣੇ। ਹਾਂ, ਦੂਜਾ ਜਿਹੜਾ ਕੋਈ ਸਾਡਾ ਕਿਸੇ ਨਾਲ, ਸਾਡਾ ਲੜਾਈ ਕਿਸੇ ਫਿਰਕੇ ਨਾਲ ਨਹੀਂ, ਨਾ ਹਿੰਦੂਆਂ ਨਾਲ, ਨਾ ਮੁਸਲਮਾਨ, ਨਾ ਸਿੱਖ, ਕਿਸੇ ਨਾਲ ਲੜਾਈ ਨਹੀਂ ਸਾਡੀ। ਸਾਡੀ ਤੇ ਜ਼ਾਲਮ ਦੇ ਵਿਰੁੱਧ ਲੜਾਈ, ਜਿਹੜੇ ਜ਼ੁਲਮ ਕਰ ਰਹੇ ਨੇ। ਠੀਕ ਹੈ। ਪਰ ਇੱਕ ਚੀਜ਼ ਮੈਂ ਹੋਰ ਜਾਣਨੀ ਚਾਹ ਰਿਹਾ, ਜਿੰਨੀਆਂ ਵੀ ਕਿਤਾਬਾਂ ਨੇ ਜਾਂ ਜਿੰਨੇ ਵੀ ਲੋਕਾਂ ਦੇ ਨਾਲ, ਕਿਉਂਕਿ ਤੁਸੀਂ ਤਾਂ ਬੜਾ ਕਲੋਜ਼ ਰਹੇ ਹੋ, ਲੰਬਾ ਸਮਾਂ ਨਾਲ ਰਹੇ ਹੋ, ਮੇਰੇ ਖਿਆਲ 5-6 ਸਾਲ ਰਹੇ ਹੋ ਨਾਲ। ਹਾਂਜੀ, 5-6 ਸਾਲ ਨਾਲ ਰਹੇ ਹੋ ਤੁਸੀਂ। ਔਰ ਬਹੁਤ ਸਾਰੇ ਲੋਕ ਅੱਡ-ਅੱਡ ਵਿਚਾਰਧਾਰਾਵਾਂ ਨੇ, ਕੋਈ ਕਹਿੰਦਾ ਕਿ ਸੰਤਾਂ ਜੀ ਪਾਕਿਸਤਾਨ ਚਲੇ ਗਏ, ਕੋਈ ਕਹਿੰਦਾ ਸ਼ਹੀਦੀ ਪਾ ਗਏ। ਉਹ ਜ਼ਰੂਰ ਕਲੀਅਰ ਕਰਿਓ, ਜਿਹੜੇ 655 ਦੇ ਵਿੱਚ ਪਾ ਰਹੇ ਨੇ, ਉਹ ਕਲੀਅਰ ਜ਼ਰੂਰ ਕਰਿਓ ਕੀ ਸੀ। ਅਸੀਂ ਨਾ ਸਾਰੇ ਜਣੇ, ਪਹਿਲਾਂ ਕੁਝ ਨਾਭਾ ਜੇਲ੍ਹ ਸੀ, ਕੋਈ ਅੰਮ੍ਰਿਤਸਰ ਜੇਲ੍ਹ ਸੀ, ਕੋਈ ਅਜਮੇਰ ਜੇਲ੍ਹ ਵਿੱਚ ਸਨ, ਸਾਰੇ ਅਸੀਂ ਜੋਧਪੁਰ ਜੇਲ੍ਹ 'ਚ ਇਕੱਠੇ ਹੋਏ ਸਾਂ ਵਿਸਾਖੀ ਅਪ੍ਰੈਲ ਨੂੰ 85 'ਚ। ਉਦੋਂ ਫਿਰ ਸਾਰਿਆਂ ਨੇ, ਜਿੰਨਿਆਂ ਨੇ ਕਰਕੇ, ਤੇ ਮਹਿਤੇ ਬਾਬਾ ਸਾਗਰ ਸੁਣ ਸੁਨੇਹਾ ਭੇਜ ਦਿੱਤਾ ਸੀ ਵੀ ਜਿਹੜੇ ਸੰਤ ਨੇ ਸ਼ਹੀਦ ਹੋ ਗਏ ਨੇ, ਕਿਉਂਕਿ ਜਿਸ ਹਿਸਾਬ ਨਾਲ ਜੋ ਉੱਥੇ ਸਿਚੁਏਸ਼ਨ ਸੀ, ਹੈ ਨਾ, ਵੀ ਸੰਤਾਂ ਦਾ ਨਿਕਲਣਾ ਮੁਸ਼ਕਿਲ ਸੀ। ਜੇ ਸੰਤ ਨਿਕਲ ਜਾਂਦੇ, ਹੈ ਨਾ, ਫਿਰ ਵੇਖੋ ਲੌਂਗੋਵਾਲ ਦਾ ਤੇ ਸੰਤ ਜਰਨੈਲ ਸਿੰਘ ਦਾ ਕੋਈ ਫਰਕ ਨਹੀਂ ਸੀ ਰਹਿਣਾ, ਹੈ ਨਾ, ਵੀ ਸੰਤ ਨਿਕਲੇ ਨਹੀਂ। ਉਹ ਤਾਂ ਪਹਿਲਾਂ ਕਹਿ ਕੇ ਵੀ ਅਸੀਂ ਸ਼ਹੀਦੀ ਪਾਵਾਂਗੇ, ਸੰਤ ਸ਼ਹੀਦ ਹੋਏ ਨੇ, ਇਹ ਤਾਂ ਮੋਰਚਾ ਛੱਡ ਕੇ ਨਹੀਂ। ਉਹਦੇ ਵਿੱਚ ਅੱਖੀ ਜਿਹਨਾਂ ਦੇਖਿਆ ਉਹ ਵੀ ਗਵਾਹ ਹੈਗੇ ਨੇ ਆਪਣੇ ਕੋਲੇ, ਬਾਬਾ ਮੁਖਤਿਆਰ ਸਿੰਘ ਜੀ ਟੋਡਰਵਾਲ, ਉਹਨਾਂ ਦੀ ਵੀ ਆਇਆ। ਕਿਉਂਕਿ ਵੇਖੋ ਹੁਣ ਆਪਾਂ ਇੱਥੇ ਬੈਠੇ ਹਾਂ, ਹੁਣ ਪਿਛਲੇ ਪਾਸੇ ਕੀ ਹੋ ਰਿਹਾ, ਇੱਧਰ ਕੀ ਹੋ ਰਿਹਾ, ਇੱਧਰ ਕੀ ਹੋ ਰਿਹਾ, ਕਿਸੇ ਨੂੰ ਕੋਈ ਪਤਾ ਨਹੀਂ, ਆਪਾਂ ਨੂੰ ਪਤਾ ਨਹੀਂ ਨਾ। ਜਿਹੜਾ ਉੱਥੇ ਪ੍ਰੈਜ਼ੈਂਟ ਆ ਉਹ ਹੀ ਦੱਸ ਸਕਦਾ। ਹੁਣ ਜਿਵੇਂ ਅਸੀਂ ਦੱਸਿਆ, ਉਹ ਨਹੀਂ ਦੱਸ ਸਕਦੇ। ਇਹ ਉਸ ਸਮੇਂ ਕਿਉਂਕਿ ਇਹਦੀ ਡਿਊਟੀ ਅਕਾਲ ਤਖਤ ਸਾਹਿਬ ਤੇ ਕੀਰਤਨ ਦੀ ਸੀ, ਬਾਬਾ ਮੁਖਤਿਆਰ ਸਿੰਘ ਉੱਥੇ ਸੀ, ਤੇ ਬਾਬਾ ਭਗਵਾਨ ਸਿੰਘ ਜਿਹੜੇ ਕਾਰ ਸੇਵਾ ਵਾਲੇ ਨੇ, ਇਹ ਇੱਧਰਲੇ ਪਾਸੇ ਸੀ, ਲੰਗਰ ਵਾਲੇ ਪਾਸੇ। ਇਹ ਇੱਧਰੋਂ ਸਾਹਮਣੇ ਜਿਹੜਾ ਅਕਾਲ ਤਖਤ ਸਾਹਿਬ ਨਜ਼ਰ ਆਉਂਦਾ ਸੀ, ਹੈ ਨਾ, ਤੇ ਇਹਨਾਂ ਨੇ ਅੱਖੀਂ ਵੇਖਿਆ ਵੀ, ਅਸੀਂ ਕਹਿੰਦੇ ਦੱਸਿਆ, ਉਹਨਾਂ ਸਾਨੂੰ ਦੱਸਿਆ ਵੀ ਅਸੀਂ ਅੱਖੀਂ ਵੇਖਿਆ ਸੰਤ ਸ਼ਹੀਦ ਹੋ ਗਏ ਨੇ। ਠੀਕ ਹੈ। ਉਸ ਤੋਂ ਬਾਅਦ ਫਿਰ ਇਹ ਜਦੋਂ 6 ਤਰੀਕ ਤੋਂ ਬਾਅਦ ਤੁਹਾਨੂੰ ਬਾਹਰ ਕੱਢਿਆ ਜਾਂਦਾ ਉੱਥੋਂ, ਉਸ ਤੋਂ ਬਾਅਦ ਫਿਰ ਕਿੱਥੇ ਕਿੱਥੇ ਲੈ ਕੇ ਗਏ ਤੁਹਾਨੂੰ? ਜੇਲ੍ਹ ਜਦੋਂ ਗਏ, ਜੋਧਪੁਰ ਜੇਲ੍ਹ ਵੀ ਗਏ ਹੋ ਤੁਸੀਂ? ਹਾਂ, ਪਹਿਲਾਂ ਸਾਨੂੰ ਇਹਨਾਂ ਨੇ ਮਿਲਟਰੀ ਕੈਂਪਾਂ 'ਚ ਰੱਖਿਆ। ਉੱਥੇ ਇੰਨਾ ਮਾੜਾ ਕੀਤਾ, ਜੇ ਕਿਸੇ ਨੇ ਪਾਣੀ ਮੰਗ ਲਿਆ ਨਾ ਤੇ ਬਰਸਟ ਮਾਰਿਆ ਮੂੰਹ 'ਚ, ਲੈ ਤੈਨੂੰ ਪਾਣੀ ਪਿਲਾਉਂਦੇ ਆ, ਹੈ ਨਾ। ਫਿਰ ਸਮਝ ਲਓ ਵੀ 6 ਤੋਂ ਲੈ ਕੇ 9-10 ਤਰੀਕ ਤੱਕ ਧੁੱਪੇ ਹੀ ਬੰਨ੍ਹ ਕੇ ਸੁੱਟੀ ਰੱਖਿਆ। ਆ ਜਿਹੜੇ ਸਾਈਡਾਂ ਤੇ ਮਾਸ ਸੜ ਕੇ ਤੇ ਮੁਸ਼ਕ ਆਉਣ ਲੱਗ ਪਿਆ ਸੀ, ਵੀ ਦਿਨ ਰਾਤ ਉੱਥੇ ਹੀ ਪਏ ਆ, ਹਾਂਜੀ। ਤੇ ਸਿਰਫ ਤੇੜ ਕਸ਼ਹਿਰਾ, ਬਾਕੀ ਸਰੀਰ ਨੰਗਾ ਸਾਰਾ ਉਸ ਤਰ੍ਹਾਂ ਹੀ। ਉੱਥੇ ਦਿਨ ਚੜ੍ਹਨਾ, ਉੱਥੇ ਤੋਂ ਜੂਨ ਦੀਆਂ ਗਰਮੀਆਂ, ਫਰਸ਼ 'ਤੇ ਹੀ। ਫਿਰ ਇੱਕ ਸਕੂਲ ਸੀ, ਉਹਦੇ 'ਚ ਲੈ ਗਏ, ਫਿਰ ਉੱਥੇ ਕੁਝ 'ਚ ਰੱਖਿਆ। ਫਿਰ ਹੋਰ
ਉਧਰ ਲੈ ਕੇ ਇੱਕ ਹੋਰ ਉੱਥੇ ਸੀ ਕੈਂਪ ਬਣਾਇਆ ਇਹਨਾਂ ਨੇ। ਫਿਰ ਉੱਥੇ 2-3 ਕੈਂਪ ਬਦਲੇ ਸਾਡੇ। ਉੱਥੇ ਵੀ ਬਹੁਤ ਤਸ਼ੱਦਦ ਕੀਤਾ ਇਹਨਾਂ ਨੇ। ਉੱਥੇ ਤਾਂ ਇੱਕ ਵਾਰ ਸ਼ਾਮ ਨੂੰ ਅਸੀਂ ਰਹਿਰਾਸ ਦਾ ਪਾਠ ਕਰੀਏ, ਜਿਹੜੇ ਸਾਨੂੰ ਮਿਲਟਰੀ ਵਾਲਿਆਂ ਨੇ ਕਮਰੇ 'ਚ ਰੱਖਿਆ ਸੀ ਨਾ, ਦਰਵਾਜ਼ੇ ਵਿੱਚ ਇੰਨੀ ਚੌੜੀਆਂ ਨਾ 1 ਤੇ 2 ਫੱਟੀਆਂ ਲਾਈਆਂ ਹੁੰਦੀਆਂ ਸੀ ਗੈਪ ਛੱਡ ਕੇ ਵਿੱਚੋਂ। ਜੇ ਲੰਘਣਾ ਥੱਲੇ ਲੰਮਾ ਪੈ ਕੇ ਲੰਘ ਸਕਦੇ ਆ, ਉੱਦਾਂ ਕੋਈ ਨਹੀਂ ਵੀ ਬੈਠ ਕੇ ਜਾਂ ਖੜਾ ਹੋ ਕੇ ਲੰਘ ਸਕੇਗਾ। ਇਹ ਲੰਮਾ ਪੈ ਕੇ ਟੇਢੇ ਹੋ ਕੇ ਜਮੜ ਜਾ ਉੱਚਾ ਨੀਵੇਂ ਹੁੰਦੇ ਤੇ ਕਿੱਲ ਲੱਗਦੇ, ਕਿੱਲ ਤਿੱਖੇ ਲਾਏ ਹੋਏ ਸਨ ਉਹਨਾਂ ਵੀ ਕਮਰੇ ਚੋਂ ਬਾਹਰ ਜਦੋਂ ਕੱਢਣਾ ਵੀ ਹੈ ਨਾ, ਕੱਲੇ ਨੂੰ ਕੱਢਣ ਲੰਮਾ ਪੈ ਕੇ ਨਿਕਲਿਆ ਜਾਂਦਾ ਸੀ। ਤੇ ਉਧਰੋਂ ਸ਼ਾਮ ਦਾ ਵੇਲਾ ਮੈਂ ਰਹਿਰਾਸ ਪਾਠ ਕਰ ਰਿਹਾ, ਸਾਰੇ ਸੁਣ ਰਹੇ ਸੀ, ਬੰਦ ਸੀ ਇੱਕ ਕਮਰੇ 'ਚ ਥੱਲੇ ਤਹਿਖਾਨੇ 'ਚ। ਤੇ ਜੋ ਰਹਿਰਾਸ ਉਹ ਆ ਕੇ ਬਾਹਰ ਕੱਢਣਾ ਗਿਣਤੀ ਕਰਨ ਵਾਸਤੇ, ਤੇ ਮੈਂ ਰਹਿਰਾਸ ਦਾ ਪਾਠ ਕੀਤਾ ਪੂਰਾ, ਫਿਰ ਅਰਦਾਸ ਕਰਤੀ। ਉਹ ਆਵਾਜ਼ਾਂ ਮਾਰਨ ਆ ਨਾ ਸਕੇ ਸੀ, ਅਰਦਾਸ ਪੂਰੀ ਕਰਕੇ ਵਿੱਚ ਇੱਕ ਮੈਂ ਤੇ ਇੱਕ ਬਾਬਾ ਨਾਭਾ ਸੀ, ਉਹਨੂੰ ਕਹਿੰਦੇ ਹਰਚੰਦ ਸਿੰਘ ਨਾਭੇ, ਬੌੜਾਂ ਪਤਾ ਨਹੀਂ ਲਾਗੇ ਪਿੰਡ ਸੀ ਰਾਮਗੜ੍ਹ ਦਾ, ਉਹ ਸੀ ਮੇਰੇ ਨਾਲ। ਉਹ ਹੱਥ 'ਚ ਖੜਿਆ ਰਿਹਾ, ਬਾਕੀ ਸਾਰੇ ਆ ਗਏ ਬਾਹਰ। ਤੇ ਜਦੋਂ ਇਹਨਾਂ ਦੇ ਸਾਰੇ ਗਿਣਤੀ ਹੋ ਗਈ, ਅਸੀਂ ਵੀ ਬਾਹਰ ਆ ਗਏ। ਤੇ ਸਾਨੂੰ ਇਹਨਾਂ ਬਾਹਰ ਰੱਖ ਲਿਆ ਤੇ ਦੂਜਿਆਂ ਨੂੰ ਅੰਦਰ ਭੇਜਤਾ। ਫਿਰ ਲੇਟ ਆਏ ਸੀ ਉਹਨਾਂ ਨੂੰ ਬਾਹਰ ਰੱਖ ਲਿਆ। ਹਾਂ, ਸਾਨੂੰ ਦੋਨਾਂ ਨੂੰ ਬਾਹਰ ਰੱਖ ਲਿਆ, ਬਾਕੀ ਸਾਰੇ ਅੰਦਰ ਕਰਤੇ। ਸ਼ਰਾਬ ਨਾਲ ਰੱਜਿਆ ਕਰਨ ਨਾਲ ਉਹ ਜਾਣੀ ਕਿ ਆਪਣੇ ਵੱਲੋਂ ਉਹਨੇ ਨਾ ਮਾਰ ਕੇ ਸੁੱਟ ਦਿੱਤਾ। ਉਹ ਥੋੜਾ ਬਜ਼ੁਰਗ ਸੀ, ਉਹਨੂੰ ਘੱਟ, ਮੈਨੂੰ ਬਹੁਤਾ ਮਾਰਿਆ ਵੀ ਮੈਂ ਕਹਿੰਦੇ ਦਾਦਾਗਿਰੀ ਕਰਤਾ ਹੈ। ਅੱਛਾ, ਕੀ ਮਤਲਬ ਟੌਰਚਰ ਕਿਸ ਦੇ ਨਾਲ ਕੀਤਾ ਗਿਆ? ਡਾਂਗਾਂ ਸੋਟੀਆਂ ਨਾਲ। ਦੂਜੇ ਜਿਹੜਾ ਹੁੰਦੇ ਨਾ ਸਮ ਜੀ ਹੁੰਦੀ ਆ ਤੰਬੂ ਲਾਉਣ ਵਾਲੀ ਚੌਕ ਜੀ, ਉਹ ਸਰੀਆ ਵਿੱਚ ਨਹੀਂ ਹੁੰਦਾ ਤੇ ਦੂਜੇ ਪਿੱਛੇ ਡਾਂਗ ਤੇ ਸਮ ਜੀ ਚੜੀ ਹੁੰਦੀ ਆ, ਉਹ ਫਿਰ ਮਾਰ। ਮੇਰੀ ਪਸਲੀ ਹਾਲੇ ਵੀ ਟੁੱਟੀ ਹੋਈ ਹੈ, ਉੱਦਾਂ ਜੁੜੀ ਹੈ, ਟੇਢੀ ਜੁੜੀ ਹੈ ਉਦੋਂ ਨਾ। ਤੇ ਉਹ ਫਿਰ ਮਾਰ ਕੁੱਟ ਕੇ ਆਪਣਾ ਨੂੰ ਵੀ ਚਲ ਮਰ ਗਿਆ। ਫਿਰ ਕਹਿੰਦਾ ਐਸੇ ਕਰੋ, ਇਹਨਾਂ ਕੋਲ ਨਾ ਬਾਹਰ ਵਾੜ ਜੀ ਕੀਤੀ ਸੀ ਲੋਹੇ ਦੀ ਤਾਰਾਂ ਦੀ, ਉਸਕੇ ਉੱਪਰ ਫੈਂਕ ਕੇ ਗੋਰੀ ਮਾਰਦਾ, ਉਸको भागने लगा था। ਉਹ ਦੂਜੇ ਜਦੋਂ ਉਹ ਚਲੇ ਗਿਆ ਤੇ ਮੁੜ ਕੇ ਦੂਜੇ ਨੇ ਦੇਖਿਆ, ਫਿਰ ਮੈਨੂੰ ਪਾਣੀ ਪਾਇਆ ਮੇਰੇ ਮੂੰਹ 'ਚ। ਫਿਰ ਮੈਂ ਕਹਿੰਦੇ ਜੀਤਾ, ਮੈਂ ਜੀਤਾ, ਚਲ ਅੰਦਰ ਸਨ, ਅੰਦਰ ਖਿਸਕਾਤਾ। ਅੱਛਾ, ਦੂਜੇ ਫੌਜੀ ਅੰਦਰ ਲੈ ਗਏ ਫਿਰ? ਹਾਂ, ਮਤਲਬ ਕੁਝ ਚੰਗੇ ਲੋਕ ਵੀ ਹੈਗੇ ਸੀ? ਹਾਂ, ਉਹਨੇ ਅੰਦਰ ਕਰਤਾ। ਫਿਰ ਉਸ ਸਮੇਂ ਸਾਡੇ ਨਾਲ ਸਿੰਘ ਸੀਗੇ 2, ਇੱਕ ਗੁਰਪ੍ਰੀਤ ਸਿੰਘ, ਇੱਕ ਚੈਂਚਰ ਸਿੰਘ ਜਲੰਧਰ ਦਾ ਸੀ, ਇੱਕ ਵਜੀਦਪੁਰ ਦਾ ਸੀ। ਉਹਨਾਂ ਵਿਚਾਰਿਆਂ ਨੇ ਹੜਤਾਲ ਰੱਖਤੀ ਹੋਈ ਸੀ, ਕੁਝ ਨਹੀਂ ਖਾਵਾਂਗੇ, ਸਾਡੇ ਨੂੰ ਪਾਠ ਕਰਦੇ ਨੇ ਕੁੱਟਿਆ, ਪਰ ਉਹਨਾਂ ਤੇ ਵੀ ਬਹੁਤ ਤਸ਼ੱਦਦ ਕੀਤਾ। ਫਿਰ ਉੱਥੇ ਕਿਹੜਾ ਸੁਣਵਾਈ ਸੀ ਕਿਸੇ ਦੀ। ਫਿਰ ਸਾਨੂੰ ਉੱਥੋਂ ਫਿਰ ਸਾਨੂੰ ਨਾਭੇ ਜੇਲ੍ਹ 'ਚ ਲੈ ਕੇ ਆਏ ਨੇ, ਮਿਲਟਰੀ ਕੈਂਪਾਂ 'ਚ ਉਹਨੂੰ। ਫਿਰ ਨਾਭੇ ਜੇਲ੍ਹ 'ਚ ਇੱਥੇ ਰੱਖਿਆ। ਇੱਥੇ ਵੀ ਬਹੁਤ ਤਸ਼ੱਦਦ ਕੀਤਾ ਸਾਡੇ ਸਿੰਘਾਂ ਨੂੰ। ਰਾਤ ਨੂੰ ਲਿਜਾਣਾ, ਇੱਕ ਕਾਨੂੰਨ ਆ ਜੇਲ੍ਹ ਦਾ ਵੀ ਜਦੋਂ ਸਭ ਅੱਛਾ ਹੋ ਜਾਵੇ ਨਾ, ਜੇਲ੍ਹ 'ਚੋਂ ਬੰਦੇ ਨੂੰ ਬਾਹਰ ਨਹੀਂ ਕੱਢ ਸਕਦੇ। ਤੇ ਇਹਨਾਂ ਨੇ ਕਰਨਾ ਵੀ ਕੁਝ ਐਸੇ ਸੀ ਜਿਹੜੇ ਪੁਲਿਸ ਵਾਲੇ, ਰਾਤ ਨੂੰ ਨਾਭੇ ਜੇਲ੍ਹ 'ਚ ਕੱਢਣਾ। ਤੇ ਇੱਥੇ ਲੱਡਾ ਕੋਠੀ ਇੱਕ ਸੈਂਟਰ ਬਣਾਇਆ ਸੀ ਇਹਨਾਂ ਨੇ ਟਾਰਚਰ ਕਰਨ ਵਾਸਤੇ, ਪੂਰਾ ਕੁੱਟ ਕੇ ਰਾਤ ਨੂੰ। ਤੇ ਫਿਰ ਉਹ ਠੰਡਾ ਪਾਣੀ, ਦਸੰਬਰ ਜਨਵਰੀ ਦਿਨ ਸੀ, ਠੰਡੇ ਪਾਣੀ ਸੁੱਟ ਦੇਣਾ। ਬਹੁਤ ਜ਼ਿਆਦਾ ਤਸ਼ੱਦਦ ਕੀਤਾ। ਮੇਰੀ ਆ ਬਾਂਹ ਖੜ ਗਈ ਸੀ ਉੱਥੇ, ਬਾਅਦ 'ਚ ਚਲੋ ਟੀਕੇ ਟੂਕੇ ਲਾ ਕੇ ਠੀਕ ਹੋਏ। ਬਹੁਤ ਬੰਦਿਆਂ ਨੂੰ ਸੀ ਠੰਡੇ ਪਾਣੀ ਦੇ, ਹਾਂ, ਕਰਕੇ ਲਗਭਗ ਬਹੁਤ ਜ਼ਿਆਦਾ ਬੰਦਿਆਂ ਨੂੰ ਉੱਥੇ ਲਿਜਾ ਕੇ ਟਾਰਚਰ ਕੀਤਾ। ਫਿਰ ਜੋਧਪੁਰ ਜੇਲ੍ਹ? ਫਿਰ ਸਾਨੂੰ ਇੱਥੋਂ ਜੋਧਪੁਰ ਜੇਲ੍ਹ 'ਚ ਲਗਾਏ ਨੇ 85 ਮਾਰਚ ਵਿੱਚ। 1985 ਮਾਰਚ 1985? ਹਾਂ, ਮੇਰੇ ਖਿਆਲ ਸ਼ਾਇਦ 20 ਮਾਰਚ ਸੀ ਜੀ ਲੱਗਦਾ ਮੈਨੂੰ। ਤੇ ਉਦੋਂ ਫਿਰ ਸਾਨੂੰ ਇੱਥੋਂ ਹੱਥਕੜੀਆਂ ਲਾਈਆਂ, ਬੇੜੀਆਂ ਲਾਈਆਂ, ਉੱਤੇ ਬੁਰਕੇ ਪਾਏ ਸਾਡੇ। ਫਿਰ ਨਾਭੇ ਜੇਲ੍ਹ 'ਚੋਂ ਕੱਢ ਕੇ ਸਾਨੂੰ ਇੱਥੇ ਲਿਆਂਦਾ ਪਟਿਆਲੇ। ਇੱਥੋਂ ਸਾਨੂੰ ਜਹਾਜ਼ 'ਤੇ ਲੈ ਕੇ ਤੇ ਫਿਰ ਜੋਧਪੁਰ ਲੈ ਕੇ ਗਏ ਉੱਥੇ। ਕਿੰਨਾ ਟਾਈਮ ਜੇਲ੍ਹ ਕੱਟੀ ਤੁਸੀਂ? ਜੋਧਪੁਰ ਕਿੰਨਾ ਟਾਈਮ ਰਹੇ? 5 ਸਾਲ ਰਹੇ। 5 ਸਾਲ ਜੋਧਪੁਰ ਰਹੇ? ਹਾਂਜੀ। ਫਿਰ ਉਸ ਤੋਂ ਬਾਅਦ ਰਿਹਾਈ ਹੁੰਦੀ ਹੈ? ਹਾਂ ਜੀ, ਉੱਥੋਂ ਫਿਰ ਗੇਟ ਟੁਰਿਆ ਹੋਇਆ ਜੀ ਜੇਲ੍ਹ 'ਚੋਂ। ਫਿਰ ਤੁਸੀਂ ਆਏ ਕਿਵੇਂ? ਫਿਰ ਉੱਥੋਂ ਤੁਸੀਂ ਕਹਿੰਦੇ ਕਿ ਆਏ ਵੀ ਜਹਾਜ਼ ਵਾਲਾ ਕਿੱਸਾ ਸੀ? ਹਾਂ, ਉੱਥੋਂ ਆਏ ਇੰਜ ਜਿਹੜਾ ਸਾਨੂੰ ਛੱਡਣ ਦਾ ਤਾਂ ਵੇਖੋ ਉੱਦਾਂ ਨਹੀਂ ਸਾਨੂੰ ਛੱਡਿਆ ਇਹਨਾਂ ਨੇ। ਸਾਨੂੰ ਛੱਡਿਆ ਸੀ ਅਮਰੀਕਾ ਦੇ 40 MPs ਨੇ ਸਾਈਨ ਕਰਕੇ ਦਿੱਤੇ ਸੀ ਵੀ ਉੱਥੇ ਮਤਾ ਪਾਸ ਹੋ ਗਿਆ ਵੀ ਜਿਹੜੇ 5 ਸਾਲ ਤੋਂ ਜੇਲ੍ਹ 'ਚ ਬੰਦ ਨੇ ਬੰਦੇ, ਉਹਨਾਂ 'ਤੇ ਕੋਈ ਕੇਸ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਕਿਉਂਕਿ ਉਦੋਂ ਪਹਿਲਾਂ ਜਿਹੜਾ ਜੋਧਪੁਰ ਨਾ, ਇਹਨਾਂ ਨੇ ਪਹਿਲਾਂ ਜਿਹੜਾ ਸੀ ਇੱਕ ਕਾਨੂੰਨ ਸੀ ਭਾਰਤ ਦਾ ਵੀ ਜਿਹੜੀ ਸਪੈਸ਼ਲ ਕੋਰਟ ਜਾਂ ਤਾਂ ਜਿੱਥੇ ਵਾਰਦਾਤ ਹੋਈ ਹੋਵੇ ਜਾਂ ਜਿਹੜਾ ਉਸ ਵਾਰਦਾਤ ਵਿੱਚ ਇਨਵਾਲਵ ਹੋਵੇ 100 ਕਿਲੋਮੀਟਰ ਤੋਂ ਦੂਰ ਨਹੀਂ ਹੋਣਾ ਚਾਹੀਦਾ।
ਉਹ ਹੁਣ ਇਸ ਤੋਂ ਦੂਰ ਨਹੀਂ ਬਣ ਸਕਦੀ। ਤੇ ਆ ਸਾਡਾ ਕਿਸੇ ਦਾ ਵੀ ਨਹੀਂ, ਹੁਣ ਜੋਧਪੁਰ ਕਿੱਥੇ ਤੇ ਅੰਮ੍ਰਿਤਸਰ ਕਿੱਥੇ ਤੇ ਅਸੀਂ ਇੱਥੋਂ ਪੰਜਾਬ ਦੇ ਕਿੱਥੇ। ਇਹ ਕਾਫੀ ਚਿਰ ਚੱਲਦਾ ਰਿਹਾ ਕੇਸ। ਇਹ ਕੇਸ ਜਦੋਂ ਮੁੜ ਕੇ ਫੇਰ ਹੋਏ, ਇੱਕ VM ਤਾਰਕੁੰਡੇ ਸੀ ਵਕੀਲ ਬੜਾ ਤਗੜਾ, ਉਹਨੇ ਕੇਸ ਇਹ ਜਿੱਤ ਲਿਆ। ਫੇਰ ਆ ਗਈ ਗਵਾਹਾਂ ਤੇ ਗੱਲ। ਉਹ ਕਹਿੰਦੇ ਜਿਹੜੇ ਗਵਾਹ ਨੇ ਨਾ ਸਾਡੇ ਪਰਦੇ ਪਿੱਛੇ ਭੁਗਤਣਗੇ। ਫਿਰ ਇਹ ਗਵਾਹ ਪਰਦੇ ਪਿੱਛੇ ਭੁਗਤਣ ਦਾ ਫਿਰ ਕਾਫੀ ਸਮਾਂ ਚੱਲਦਾ ਰਿਹਾ। ਫਿਰ ਮਤਲਬ ਕਿ ਕੋਈ ਸਜ਼ਾ ਸੁਜਾ ਨਹੀਂ ਹੋ ਸਕੀ, ਕੁਛ ਨਹੀਂ ਸੀ। ਫਿਰ ਇਹਨਾਂ ਨੇ ਸਾਨੂੰ ਉਹਨਾਂ ਦੇ ਕਿਹਾ ਵੀ ਜਿਹੜੇ ਸ਼ਾਂਤੀ ਸਭਾ ਬਣੀ ਹੈ, ਜੇ ਤੁਸੀਂ ਇਹਨਾਂ ਨੂੰ ਨਾ ਛੱਡਿਆ ਤੇ ਤੁਹਾਨੂੰ ਉਹਦੇ ਵਿੱਚੋਂ ਖਾਰਜ ਕਰ ਦਿਆਂਗੇ। ਫਿਰ ਉਦੋਂ ਇਹਨਾਂ ਨੇ ਸਾਨੂੰ ਛੱਡਿਆ, ਸਾਨੂੰ ਕੱਢ ਕੇ ਕਹਿੰਦੇ ਤੁਸੀਂ ਜਾਓ 137 ਬੰਦਿਆਂ ਨੂੰ। ਪਹਿਲਾਂ 140 ਵੀ ਛੱਡੇ ਸੀ, ਫਿਰ 137 3-4 ਗਰੁੱਪਾਂ 'ਚ ਲਿਆਂਦੇ ਤੇ ਸਾਨੂੰ ਕਹਿੰਦੇ ਤੁਸੀਂ ਜਾਓ। ਅਸੀਂ ਕਿਹਾ ਵੀ ਜਿਵੇਂ ਲੈ ਕੇ ਆਏ ਆ ਉਸ ਤਰ੍ਹਾਂ ਛੱਡ ਕੇ ਆਓ। ਜਹਾਜ਼ 'ਚ ਲਿਆਂਦਾ ਸੀ, ਜਾਵਾਂਗੇ ਜਹਾਜ਼ 'ਚ, ਅਸੀਂ ਨਹੀਂ ਤਾਂ ਬੈਠੇ ਆ ਇੱਥੇ। ਫਿਰ ਹੋਰ ਤਰ੍ਹਾਂ ਜਹਾਜ਼ ਮਿਲਿਆ ਨਾ ਕੋਈ, ਉੱਥੇ ਮਿਲਟਰੀ ਵਾਲਿਆਂ ਦਾ ਟੁੱਟਾ ਜਿਹਾ ਜਹਾਜ਼ ਜਿਹੜਾ ਸਮਾਨ ਸਮੂਨ ਢੋਣ ਵਾਲਾ, ਉਹ 'ਚ ਸਾਨੂੰ ਚੜਾ ਦਿੱਤਾ। ਜਦੋਂ ਉੱਤੇ ਚੜੇ ਤੇ ਉੱਤੇ ਜਾ ਕੇ ਤੇ ਉਹ ਬਾਰੀ ਖੁੱਲ ਗਈ, ਪਤਾ ਨਹੀਂ ਖੋਲੀ ਕਿ ਖੁੱਲ ਗਈ। ਫਿਰ ਉਸ ਸਮੇਂ ਸਿੰਘਾਂ ਨੇ ਆਪਸੀ ਗੁਰਮਤਾ ਕੀਤਾ ਵੀ ਇਹ ਜਿਹੜੇ ਕਮਾਂਡੋ ਵਾਲੇ ਨੇ ਨਾ, ਨਾਲ ਪੂਰੇ ਹਥਿਆਰਾਂ ਨਾਲ ਸੀ ਕਮਾਂਡੋ ਵਾਲੇ ਅੰਦਰ ਹੀ, ਵੀ ਇਹ ਨਾ ਕਿਤੇ ਭੱਜ ਜਾਣੇ, ਤੁਸੀਂ ਨਾ ਖਿਆਲ ਰੱਖੋ। ਫਿਰ ਉਹਨਾਂ ਦੇ ਨੇੜੇ ਹੋ ਗਏ। ਫਿਰ ਉੱਥੇ ਰਲ ਮਿਲ ਕੇ ਹੈਗੇ ਨੇ ਜਲੰਧਰ ਤੋਂ ਭਾਈ ਭਗਵਾਨ ਸਿੰਘ, ਹੋਰ ਕਈ ਗੁਰਮੁਖ ਪਿਆਰੇ, ਉਹਨਾਂ ਨੇ ਪੇਜ ਪੂਜ ਕੱਸ ਕੇ ਤੇ ਫਿਰ ਉਹ ਬਾਰੀ ਬੰਦ ਕੀਤੀ। ਫਿਰ ਤੁਸੀਂ ਵਾਪਸ ਪਹੁੰਚੇ। ਫਿਰ ਸਾਨੂੰ ਇੱਥੇ ਚੰਡੀਗੜ੍ਹ ਲਿਆਂਦਾ। ਕੀ ਲੱਗਦਾ ਜਿਹੜੀਆਂ ਚੀਜ਼ਾਂ ਨੂੰ ਲੈ ਕੇ, ਜਿਹੜੀਆਂ ਗੱਲਾਂ ਨੂੰ ਲੈ ਕੇ ਮੋਰਚਾ ਚੱਲਿਆ ਸੀ, ਜਾਂ ਫਿਰ ਇਨਸਾਫ ਦੀ ਗੱਲ ਲਗਾਤਾਰ ਹੋ ਰਹੀ, ਲੱਗਦਾ ਇਨਸਾਫ ਮਿਲਿਆ ਜਾਂ ਕਦੇ ਮਿਲੂਗਾ? ਮਿਲੇਗਾ ਤਾਂ ਜ਼ਰੂਰ, ਮਿਲਿਆ ਨਹੀਂ ਹੈ, ਮਿਲੇਗਾ ਜ਼ਰੂਰ। ਕਿਉਂਕਿ ਆਮ ਸਧਾਰਨ ਪਾਣੀ ਵੀ ਪਾਈਏ ਨਾ ਕਿਸੇ ਬੂਟੇ ਨੂੰ ਤੇ ਫਲ ਜ਼ਰੂਰ ਲੱਗਦਾ। ਜਿਹੜਾ ਖੂਨ ਐਡਾ ਵੱਡਾ ਪਵਿੱਤਰ 24 ਘੰਟੇ ਬਾਣੀ ਪੜ੍ਹਨ ਵਾਲਿਆਂ ਦਾ, ਸਿਮਰਨ ਕਰਨ ਵਾਲਿਆਂ ਦਾ ਜਿਹੜਾ ਡੁੱਲਾ ਹੈ ਨਾ, ਇਹ ਅਜਾਈਂਦਾ ਨਹੀਂ ਜਾਂਦਾ। ਇਹ ਜ਼ਰੂਰ ਜਿਹੜੇ ਵਾਸਤੇ ਲੜਿਆ ਜ਼ਰੂਰ ਪ੍ਰਾਪਤੀ ਹੋਏਗੀ। ਬਹੁਤ ਬਹੁਤ ਧੰਨਵਾਦ ਬਾਬਾ ਜੀ ਸਮਾਂ ਦੇਣ ਵਾਸਤੇ। ਸੋ ਬਾਬਾ ਮਨਮੋਹਨ ਸਿੰਘ ਜੀ ਬਾਰਨਵਾਲੇ ਸਾਡੇ ਨਾਲ ਮੌਜੂਦ ਸਨ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬੇਹੱਦ ਕਰੀਬੀ ਸੀ ਔਰ ਲੰਬਾ ਸਮਾਂ ਇਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਬਤੀਤ ਕੀਤਾ। ਔਰ ਜੂਨ 1984 ਦੀ ਗੱਲ ਆਉਂਦੀ ਹੈ ਤਾਂ ਇਹ ਵੀ ਉੱਥੇ ਮੌਕੇ 'ਤੇ ਮੌਜੂਦ ਸੀ। ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਜੂਨ 84 ਦੇ ਚਸ਼ਮਦੀਦਾਂ ਦੇ ਨਾਲ ਜੋ ਮੌਕੇ 'ਤੇ ਸੀ ਔਰ ਜਿਨ੍ਹਾਂ ਨੇ ਹੰਢਾਇਆ ਆਪਣੇ ਆਪ ਦੇ ਉੱਪਰ ਤਸ਼ੱਦਦ ਝੱਲਿਆ ਜਿਨ੍ਹਾਂ ਨੇ, ਔਰ ਇਹ ਵੀ ਲੰਬਾ ਸਮਾਂ ਉੱਥੇ ਰਹੇ। ਔਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਕੁਝ ਵੀ ਵਾਪਰਿਆ ਉਹ ਦੱਸਿਆ ਇਹਨਾਂ ਨੇ ਕਿ ਕਿਸ ਤਰ੍ਹਾਂ ਹਾਲਾਤ ਕੀ ਸੀ। ਉਸ ਤੋਂ ਬਾਅਦ ਫਿਰ ਲੰਬਾ ਸਮਾਂ ਜੇਲ੍ਹ ਵੀ ਕੱਟੀ, ਜੋਧਪੁਰ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਏ। ਤੇ ਇਨਸਾਫ ਦੀ ਗੱਲ ਆਉਂਦੀ ਹੈ ਤਾਂ ਇਹ ਕਹਿੰਦੇ ਕਿ ਇਨਸਾਫ ਜ਼ਰੂਰ ਮਿਲੇਗਾ, ਕਿਉਂਕਿ ਗੁਰੂ ਦੇ ਪਿਆਰਿਆਂ ਦਾ ਉੱਥੇ ਖੂਨ ਡੁੱਲਿਆ, ਉਹ ਜਾਇਆ ਨਹੀਂ ਜਾਏਗਾ।